ਮੇਲ ਲਹੂ ਦਇਆਲ ਟਹਿ ਭਏ ਦੁਆਰਿਆ। ਰਖ ਲੇਵੋ ਦੀਨ ਦਇਆਲ ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਿਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚ ਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਤਉ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਸਾਵਲ ਛੰਦ ਪ੍ਰਸਾਦ। ਨਮੋ ਨਰਕ ਨਾਸੇ ਸदैवं ਪ੍ਰਕਾਸੇ। ਅਨੰਗੰ ਸਰੂਪੇ ਅਭੰਗੰ ਵੈਭੂਤੇ। ਰਸਾਵਲ ਛੰਦ ਪ੍ਰਸਾਦ। ਨਮੋ ਨਰਕ ਨਾਸੇ ਸदैवं ਪ੍ਰਕਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਕੀਰਤਨ ਸਰਵਣ ਕੀਤਾ ਹੈ ਸੋ ਆਓ। 2-3 ਦਿਨ ਕੁ ਰਹਿ ਗਏ ਨੇ ਤੇ ਜਾਪ ਸਾਹਿਬ ਦੀ ਕਥਾ ਵੀ ਸਤਿਗੁਰਾਂ ਦੀ ਕਿਰਪਾ ਸਦਕਾ ਸੰਪੂਰਨ ਹੋਣ ਵਾਲੀ ਹੈ। ਸੋ ਆਓ ਹੁਣ ਜਿਵੇਂ ਸਤਿਗੁਰੂ ਜੀ ਅੱਗੇ ਅਕਾਲ ਪੁਰਖ ਦੀ ਆਪਣੇ ਨਿਰਗੁਣ ਸਰੂਪ ਦੀ ਮਹਿਮਾ ਕਰਦੇ ਨੇ ਉਹ ਆਪਾਂ ਸਰਵਣ ਕਰਨਾ ਕਰੀਏ। ਵਾਹਿਗੁਰੂ ਸਾਹਿਬ ਜੀਓ। ਰਸਾਵਲ ਛੰਦ ਪ੍ਰਸਾਦ। ਰਸਾਵਲ ਛੰਦ ਦਾ ਨਾਮ ਹੈ ਜਿਹਦੇ 4 ਚਰਨ ਹੁੰਦੇ ਨੇ 24 ਮਾਤਰਾ ਹੁੰਦੀਆਂ ਨੇ। ਇਸ ਵਿੱਚ ਪਹਿਲਾ ਵਿਸ਼ਰਾਮ 11 ਤੇ ਦੂਜਾ 13 ਤੇ ਲੱਗਦਾ ਹੈ ਤੇ ਅੰਤ ਵਿੱਚ ਭਗਣ ਗਣ ਵਰਤਿਆ ਜਾਂਦਾ ਹੈ। ਰਸਾਵਲ ਦੇ ਕਈ ਰੂਪ ਨੇ। ਕਈ ਮੰਨਦੇ ਨੇ ਕਿ 24 ਮਾਤਰਾ ਦਾ ਛੰਦ ਹੈ ਤੇ ਅਖੀਰ ਵਿੱਚ 2 ਗੁਰੂ ਹੀ ਵਰਤੇ ਜਾਂਦੇ ਨੇ। ਹੁਣ ਜਿਹੜਾ ਰਸਾਵਲ ਛੰਦ ਇੱਥੇ ਵਰਤਿਆ ਗਿਆ ਹੈ ਜਾਪ ਸਾਹਿਬ ਵਿੱਚ ਜਿਹੜਾ ਰਸਾਵਲ ਛੰਦ ਵਰਤਿਆ ਗਿਆ ਹੈ ਇਹ ਜੋ ਅਰਧ ਭੁਜੰਗ ਪ੍ਰਿਆਤ ਛੰਦ ਹੈ ਨਾ ਉਸੇ ਦਾ ਰੂਪ ਹੈ। ਇਹ ਅਰਧ ਭੁਜੰਗ ਪ੍ਰਿਆਤ ਛੰਦ ਵਿੱਚ 2 ਯਗਨ ਵਰਤੇ ਜਾਂਦੇ ਨੇ। ਹੁਣ ਇੱਥੇ ਵੀ 2 ਯਗਨ ਵਰਤੇ ਨੇ। ਉਸੇ ਦਾ ਇੱਕ ਰੂਪ ਰਸਾਵਲ ਛੰਦ ਤਵ ਪ੍ਰਸਾਦ ਤੇਰੀ ਕਿਰਪਾ ਸੇ ਵਰਣਨ ਕਰਨ ਲੱਗਾ ਹਾਂ। ਨਮੋ ਨਰਕ ਨਾਸੇ। ਨਰਕਾਂ ਨੂੰ ਵੀ ਨਾਸ਼ ਕਰਨ ਵਾਲਾ ਹੈ। ਨਰਕ ਨਾ ਡੀਠੜਿਆ ਸਿਮਰਤ ਨਾਰਾਇਣ। ਭਗਤਾਂ ਦੀ ਰੱਖਿਆ ਕਰਕੇ ਨਰਕਾਂ ਨੂੰ ਨਾਸ਼ ਕਰਦੇ ਹੋ। ਸदैवं ਪ੍ਰਕਾਸੇ। ਆਪ ਦਾ ਸਦਾ ਸਦਾ ਪ੍ਰਕਾਸ਼ ਹੈ। ਸਦਾ ਹੀ ਸਰਬ ਦੇ ਆਪ ਜੀ ਪ੍ਰਕਾਸ਼ਕ ਹੋ। ਸदैवं ਪ੍ਰਕਾਸੇ। ਆਪ ਦਾ ਪ੍ਰਕਾਸ਼ ਚੰਦ ਸੂਰਜ ਬੁੱਧੀ ਬਿਜਲੀ ਆਦਿਕ ਜੈਸੇ ਉਹਨਾਂ ਜੈਸਾ ਆਪ ਜੀ ਦਾ ਪ੍ਰਕਾਸ਼ ਨਹੀਂ ਹੈ। ਆਪ ਜੀ ਉਹਨਾਂ ਦੇ ਵੀ ਪ੍ਰਕਾਸ਼ਕ ਹੋ। ਪਰਲੋਕ ਦਾ ਵੀ ਪ੍ਰਕਾਸ਼ਕ ਹੈ ਪਰਮਾਤਮਾ। ਜੋ ਬੁੱਧੀ ਹੈ ਬੁੱਧੀ ਸੁਰਤ ਅੰਦਰ ਰਾਜਸੀ ਪ੍ਰਕਾਸ਼ ਹੈ। ਬੁੱਧੀ ਅੰਦਰ ਸ਼ਾਸਤਰ ਵਿਚਾਰ ਰੂਪ ਸ਼ਕਤੀ ਦੀ ਪ੍ਰਕਾਸ਼ਕ
ਸ਼ਕਤੀ ਦਾ ਜੋ ਪ੍ਰਕਾਸ਼ਕ ਹੈ ਪਰਮਾਤਮਾ। ਜਿਵੇਂ ਕਿਸੇ ਨੂੰ ਕੋਈ ਰਾਜਨੀਤਿਕ ਸੋਝੀ ਹੈ, ਕੋਈ ਬੜਾ ਰਾਜਨੀਤਿਕ ਗੱਲਾਂ ਜਾਣਦਾ ਹੈ, ਉਹ ਰਾਜਸੀ ਪ੍ਰਕਾਸ਼ ਵੀ ਪਰਮਾਤਮਾ ਦੇਣ ਵਾਲਾ ਹੈ। ਜੋ ਬੁੱਧੀ ਚਤਰ ਬਣਦੀ ਹੈ ਉਹ ਵੀ ਬਣਾਉਣ ਵਾਲਾ ਪਰਮਾਤਮਾ ਹੈ। 10ਵੇਂ ਦੁਆਰ ਵਿੱਚ ਜਿਹੜੇ ਅਭਿਆਸੀ ਨੇ ਜਾਂ ਯੋਗਾ ਅਭਿਆਸੀ ਨੇ, ਜਿਹੜੇ ਨਾਮ ਜਪਦੇ ਨੇ ਮਹਾਂਪੁਰਖ, ਜਿਨ੍ਹਾਂ ਨੇ ਅਨੁਭਵ ਕੀਤਾ ਹੈ ਕਿ 10ਵੇਂ ਦੁਆਰ ਵਿੱਚ ਚਿੱਟਾ ਦੁੱਧ ਜੈਸਾ ਪ੍ਰਕਾਸ਼ ਹੈ। ਹਿਰਦੇ ਅੰਦਰ ਗੈਸ ਜੈਸਾ, ਜਿਵੇਂ ਗੈਸ ਜਲਦਾ ਹੈ ਨਾ, ਬਹੁਤ ਚਿੱਟਾ ਹਿਰਦੇ ਦਾ ਹੈ। ਅਤੇ ਇਸ ਤੋਂ ਜ਼ਿਆਦਾ ਜਿਵੇਂ ਨਾੜੀਆਂ ਚਮਕਦੀਆਂ ਹਨ, ਇਹਨਾਂ ਨਾੜੀਆਂ ਵਿੱਚ ਜਠਰ ਅਗਨੀ ਦਾ ਪ੍ਰਕਾਸ਼ ਹੈ। ਜੋ ਆਪਣੇ ਪੇਟ ਅੰਦਰ ਜੋ ਜਠਰ ਅਗਨੀ ਹੁੰਦੀ ਹੈ ਉਸ ਦਾ ਪ੍ਰਕਾਸ਼ ਹੈ। ਅਤੇ ਹਨੇਰੇ ਵਿੱਚ ਤਰਾਟਕ ਦਾ ਪ੍ਰਕਾਸ਼ ਹੈ। ਹਨੇਰੇ ਵਿੱਚ ਕੜੀਆਂ ਆਦਿ ਗਿਣ ਲੈਣੀਆਂ, ਇਹ ਹਿਰਨ ਗਰਭ ਦਾ ਪ੍ਰਕਾਸ਼ ਹੈ। ਪਰ ਹੇ ਪ੍ਰਭੂ, ਆਪ ਦਾ ਪ੍ਰਕਾਸ਼ ਝਿਲਮਿਲ ਝਿਲਕੈ ਚੰਦ ਨਾ ਤਾਰਾ, ਸੂਰਜ ਕਿਰਨ ਨਾ ਬਿਜਲ ਗੈ ਨਾਰਾ। ਜੋ ਆਪ ਜੀ ਦਾ ਪ੍ਰਕਾਸ਼ ਹੈ ਉਹ ਚਾਹੁੰਦੀ ਨਹੀਂ ਲਾਉਂਦਾ। ਜੇ ਆਪਾਂ ਸੂਰਜ ਵੱਲ ਆਪਾਂ ਮੂੰਹ ਚੱਕ ਕੇ ਨਹੀਂ ਦੇਖ ਸਕਦੇ, ਸੂਰਜ ਆਪਾਂ ਨੂੰ ਚਾਹੁੰਦੀ ਲਾਉਂਦਾ ਹੈ, ਪਰ ਝਿਲਮਿਲ ਝਿਲਕੈ ਚੰਦ ਨਾ ਤਾਰਾ, ਸੂਰਜ ਕਿਰਨ ਨਾ ਬਿਜਲ ਗੈ ਨਾਰਾ। ਅਕਥੀ ਕਥੋ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਭਾਏ ਦਾ। ਆਪ ਜੀ ਦਾ ਪ੍ਰਕਾਸ਼ ਐਸਾ ਹੈ, ਆਨੰਦ ਦੇਣ ਵਾਲਾ ਆਪ ਜੀ ਦਾ ਪ੍ਰਕਾਸ਼ ਹੈ। ਜਹ ਅਨਹਦ ਸ਼ਬਦ ਉਜਾਰਾ, ਤਹ ਦੀਪਕ ਜਲੈ ਸੰਸਾਰਾ। ਉਹ ਪ੍ਰਕਾਸ਼ ਕਹਿਣ ਵਿੱਚ ਨਹੀਂ ਹੈ। ਅਨੰਗੰ ਸਰੂਪੇ, ਅੰਗਾਂ ਤੋਂ ਰਹਿਤ ਆਪ ਜੀ ਦਾ ਸਰੂਪ ਹੈ। ਅਨੰਗੰ, ਆਪ ਜੀ ਦਾ ਸੁੰਦਰ ਸਰੂਪ ਹੈ। ਅਭੰਗੰ ਬੇਭੂਤੇ, ਆਪ ਜੀ ਭੰਨਣ ਤੋਂ ਰਹਿਤ ਹੋ, ਕੱਟਣ ਤੋਂ ਰਹਿਤ ਹੋ। ਅਭੰਗੰ ਬੇਭੂਤੇ, ਬੇਭੂਤੇ ਬੇਭੂਤ। ਆਪ ਜੀ ਭੂਤੇ ਕਹਿੰਦੇ ਨੇ ਸਰੀਰਾਂ ਤੋਂ ਰਹਿਤ ਹੋ। ਕੰਧ ਜੜਤਾਈ ਤੋਂ ਆਪ ਜੀ ਰਹਿਤ ਹੋ। ਬੇਭੂਤੇ, ਸਾਰੀ ਬੇਭੂਤੀ ਦੇ ਆਪ ਜੀ ਮਾਲਕ ਹੋ। ਜੋ ਦੈਵੀ ਸੰਪਦਾ ਹੈ, ਜੋ ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧਰਮ ਵਿਚਾਰ, ਸ਼ੁਭ ਗੁਣਾਂ ਨੂੰ ਦੇਣ ਵਾਲੇ ਆਪ ਜੀ ਹੋ। ਪਰਮਾਤਮ ਪਰਮਾਥੇ, ਪਰਮਾਤਮ ਜੋ ਦੂਜਿਆਂ ਨੂੰ ਮਲਣ ਵਾਲਾ ਹੈ, ਉਸ ਨੂੰ ਵੀ ਪਰ ਵਿਸ਼ੇਸ਼ ਕਰਕੇ ਮਲਣ ਵਾਲੇ ਹੋ। ਜੇ ਕੋਈ ਦੂਜਿਆਂ ਨੂੰ ਤੰਗ ਕਰਦਾ ਹੈ ਵੈਰੀ, ਤਾਂ ਉਹਨੂੰ ਵੀ ਆਪ ਜੀ ਮਲਣ ਵਾਲੇ ਹੋ, ਨਾਸ਼ ਕਰ ਦਿੰਦੇ ਹੋ। ਪਰ ਵਿਸ਼ੇਸ਼ ਕਰਕੇ ਜੋ ਮੱਥਣ ਵਾਲਾ ਅਗਿਆਨ ਹੈ, ਅਗਿਆਨ ਨੇ ਸਾਰਿਆਂ ਨੂੰ ਮੱਥਿਆ ਪਿਆ ਹੈ, ਕਿਸੇ ਦੀ ਵਾਹ ਪੇਸ ਨਹੀਂ ਚੱਲਦੀ। ਉਹ ਅਗਿਆਨ ਨੂੰ ਵੀ ਮੱਥਣ ਵਾਲੇ ਆਪ ਜੀ ਹੋ। ਜੋ ਮਾਇਆ ਸਾਰਿਆਂ ਨੂੰ ਮੱਥਣ ਵਾਲੀ ਹੈ, ਮਲਣ ਵਾਲੀ ਹੈ, ਮਲ ਕੇ ਸੁੱਟ ਦਿੰਦੀ ਹੈ, ਉਸ ਮਾਇਆ ਨੂੰ ਵੀ ਮਲਣ ਵਾਲੇ ਆਪ ਜੀ ਹੋ। ਜੋ ਕਾਲ ਸਾਰਿਆਂ ਦਾ ਕਾਲ ਕਰਦਾ ਹੈ, ਉਸ ਕਾਲ ਨੂੰ ਵੀ ਆਪ ਜੀ ਮਲਣ ਵਾਲੇ ਹੋ। ਤੁਸੀਂ ਕਾਲ ਦੇ ਮੱਥੇ ਜਾਣ ਤੋਂ ਰਹਿਤ ਹੋ, ਮਲਣ ਤੋਂ ਰਹਿਤ ਹੋ। ਕਾਲ ਤੁਹਾਨੂੰ ਨਹੀਂ ਮਲ ਸਕਦਾ, ਤੁਸੀਂ ਕਾਲ ਨੂੰ ਮਲਣ ਵਾਲੇ ਹੋ। ਜਿਨ੍ਹਾਂ ਤੈਨੂੰ ਪਰ ਕਹਿੰਦੇ ਨੇ, ਪਰੇ ਪਰਮਾਥੇ ਦਾ ਅਰਥ ਇੱਥੇ ਕਰਦੇ ਨੇ ਪਰ ਪਰੇ। ਮਾਂ ਦਾ ਅਰਥ ਹੈ ਮਾਇਆ ਅਤੇ ਥੇ ਦਾ ਅਰਥ ਹੈ ਤੋਂ। ਜਿਨ੍ਹਾਂ ਤੈਨੂੰ ਮਾਇਆ ਤੋਂ ਪਰੇ ਜਾਣਿਆ ਹੈ, ਜਿਨ੍ਹਾਂ ਭਗਤਾਂ ਨੇ ਤੈਨੂੰ ਮਾਇਆ ਤੋਂ ਪਰੇ ਜਾਣਿਆ ਹੈ, ਫਿਰ ਤੁਸੀਂ ਉਹਨਾਂ ਨੂੰ ਵੀ ਪਰਮਾਥੇ ਮਾਇਆ ਤੋਂ ਪਰੇ ਕਰ ਦਿੰਦੇ ਹੋ। ਮੱਥਣ ਵਾਲੇ ਹੰਕਾਰੀਆਂ ਨੂੰ ਆਪ ਜੀ ਮੱਥਣ ਵਾਲੇ ਹੋ। ਸਦਾ ਸਰਬ ਸਾਥੀ, ਸਦਾ ਹੀ ਸਭ ਦੇ ਸਾਥੀ ਹੋ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਅੰਤਰ ਬਸੇ ਬਾਹਰ ਭੀ ਉਹੀ। ਅਗਾਧ ਸਰੂਪੇ, ਡੂੰਘਾ ਸਰੂਪ ਹੈ, ਅਗ ਆਦਿ ਤੱਤਾਂ ਦੇ ਆਸਰਾ ਸਰੂਪ ਹੈ। ਨਿਰਵਾਦ ਬੇਭੂਤੇ, ਆਪ ਦੀ ਮੁਕਤੀ ਰੂਪ ਵਿਭੂਤੀ ਨਾਸ਼ ਤੋਂ ਰਹਿਤ ਹੈ, ਬੰਧਨਾਂ ਤੋਂ ਰਹਿਤ ਹੈ, ਪੀੜਾ ਤੋਂ ਰਹਿਤ ਹੈ। ਅਨੰਗੀ ਅਨਾਮੇ, ਬੇਭੂਤੇ ਪੀੜਾ ਤੋਂ ਰਹਿਤ ਆਪ ਜੀ ਵਿਭੂਤੀ ਵਾਲੇ ਹੋ। ਅਨੰਗੀ ਅਨਾਮੇ, ਸੁੰਦਰ ਸਰੂਪ ਹੋ। ਅਨੰਗੀ ਕੰਗਾਲਤਾਈ ਤੋਂ ਆਪ ਜੀ ਰਹਿਤ ਹੋ। ਨਾਮਾਂ ਤੋਂ ਰਹਿਤ ਹੋ। ਅਨ ਆਮੇ, ਆਮੇ ਕਹਿੰਦੇ ਨੇ ਰੋਗਾਂ ਨੂੰ, ਆਪ ਜੀ ਰੋਗਾਂ ਤੋਂ ਵੀ ਰਹਿਤ ਹੋ। ਭੰਗੀ ਤ੍ਰਿਕਾਮੇ, 3 ਬਲ ਪੈਂਦੇ ਹਨ।
ਤਿੰਨੇ ਬ੍ਰਹਮਾ ਆਦਿਕ ਤੇਰੇ ਕਾਮੇ ਹਨ। ਤ੍ਰਿਭੰਗੀ ਤ੍ਰਿਕਾਮੇ, ਤਿੰਨਾਂ ਦੇਵਤਿਆਂ ਨੂੰ ਭੰਗੀ ਭੰਨਣ ਵਾਲੇ ਹੋ। ਤੇ ਤ੍ਰਿਭੰਗੀ, ਤਿੰਨੇ ਦੇਵਤੇ ਤੇਰੇ ਭੰਗੀ ਦਾਸ ਹਨ, ਤੇਰੇ ਗੋਲੇ ਹਨ। ਕਾਮੇ ਤ੍ਰਿਕਾਮੇ, ਤਿੰਨੇ ਤੇਰੇ ਕਾਮੇ ਹਨ। ਨਿਰਭੰਗੀ ਸਰੂਪੇ ਨਿਰਭੰਗੀ ਸਰੂਪੇ, ਨਾਸ਼ ਤੋਂ ਰਹਿਤ ਸਰੂਪ ਹੈ ਆਪ ਜੀ ਦਾ। ਨਿਰਭੰਗੀ, ਭੰਨਣ ਤੋਂ ਰਹਿਤ, ਕੱਟਣ ਤੋਂ ਰਹਿਤ ਸਰੂਪ ਹੈ। ਭੰਗੀ, ਦਾਸਾ ਭਾਵ ਤੋਂ ਰਹਿਤ ਸਰੂਪ ਹੈ ਆਪ ਜੀ ਦਾ। ਸਰਬੰਗੀ ਅਨੂਪੇ ਸਾਰਿਆਂ ਅੰਗਾਂ ਵਿੱਚ ਆਇਆ ਹੋਇਆ ਹੈ। ਅਨੂਪ, ਉਪਮਾ ਤੋਂ ਰਹਿਤ ਸਰੂਪ ਹੈ। ਨਾ ਪੁੱਤਰ ਨਾ ਪੁੱਤਰ ਨਾ ਤੇਰਾ ਕੋਈ ਪੋਤਰਾ ਹੈ, ਨਾ ਹੀ ਤੂੰ ਕਿਸੇ ਦਾ ਪੋਤਰਾ ਹੈ। ਨਾ ਪੁੱਤਰ ਹੈ, ਨਾ ਤੂੰ ਕਿਸੇ ਦਾ ਪੁੱਤਰ ਹੈ, ਨਾ ਹੀ ਤੇਰਾ ਕੋਈ ਪੁੱਤਰ ਹੈ। ਜਿਵੇਂ ਈਸਾ ਨੇ ਆਪਣਾ ਇਕਲੌਤਾ ਬੇਟਾ ਖਵਾਇਆ ਸੀ ਨਾ, ਮਰੀਅਮ ਕੁਆਰੀ ਦੇ ਪੇਟ 'ਚ ਖੁਦਾ ਦੀ ਰੂਹ ਇਕਦਸ ਕਬੂਤਰ ਦਾ ਰੂਪ ਧਾਰ ਕੇ ਪ੍ਰਵੇਸ਼ ਹੋਈ ਸੀ। ਐਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਓ, ਨਾ ਤੁਸੀਂ ਕਿਸੇ ਦੇ ਪੁੱਤਰ ਹੋ, ਨਾ ਤੇਰਾ ਕੋਈ ਪੁੱਤਰ ਹੈ, ਨਾ ਤੂੰ ਕਿਸੇ ਦਾ ਪੋਤਰਾ ਹੈ, ਨਾ ਹੀ ਤੇਰਾ ਕੋਈ ਪੋਤਰਾ ਹੈ। ਐਸਾ ਆਪ ਜੀ ਦਾ ਸਰੂਪ ਹੈ। ਨਾ ਸਤਰ ਨਾ ਮਿੱਤਰ ਨਾ ਤੇਰਾ ਕੋਈ ਦੁਸ਼ਮਣ ਹੈ, ਮਿੱਤਰ ਹੈ। ਮੋਹ ਰਾਗ ਦਵੈਖ ਤੋਂ ਆਪ ਜੀ ਰਹਿਤ ਹੋ, ਕਿਉਂਕਿ ਸਰਬ ਦਾ ਆਤਮਾ ਰੂਪ ਹੋ। ਨਾ ਤਾਤੈ ਨਾ ਮਾਤੈ ਨਾ ਤਾਤੈ ਨਾ ਮਾਤੈ। ਇੱਥੇ ਪੋਲਾ ਪਾਠ ਕਰਵਾਉਂਦੇ ਨੇ, ਨਾ ਤਾਤੈ ਨਾ ਮਾਤੈ। ਤਾਤ, ਨਾ ਤੇਰਾ ਕੋਈ ਪਿਤਾ ਹੈ, ਨਾ ਮਾਤਾ, ਨਾ ਤੇਰਾ ਕੋਈ ਮਾਤਾ ਹੈ। ਨਾ ਤੂੰ ਕਿਸੇ ਦਾ ਪਿਤਾ ਹੈ, ਨਾ ਹੀ ਕਿਸੇ ਦਾ ਮਾਤਾ ਹੈ। ਨਾ ਜਾਤੈ ਨਾ ਪਾਤੈ ਨਾ ਹੀ ਤੇਰੀ ਕੋਈ ਜਾਤ ਹੈ, ਨਾ ਜਾਤੈ। ਨਾ ਤੂੰ ਜਾਂਦਾ ਹੈ, ਨਾ ਤੂੰ ਪੈਦਾ ਹੁੰਦਾ ਹੈ, ਨਾ ਪਾਤੈ। ਨਾ ਤੇਰਾ ਕੋਈ ਪਤਨ ਕਰਨ ਵਾਲਾ ਹੈ, ਤੂੰ ਮਰਦਾ ਨਹੀਂ ਹੈ, ਨਾ ਪਾਤੈ। ਤੂੰ ਪੰਗਤੀਆਂ ਤੋਂ ਸ਼੍ਰੇਣੀਆਂ ਤੋਂ ਰਹਿਤ ਹੈ। ਨਿਰਸਾਕੰ ਸਾਰੀਕ ਹੈ ਨਿਰਸਾਕੰ, ਸਾਕਾਂ ਤੋਂ ਰਹਿਤ ਹੈ। ਵਾ ਸਾਕੰ, ਸਾਕੇ ਭਾਵ ਪੁਆੜਿਆਂ ਤੋਂ ਆਪ ਜੀ ਰਹਿਤ ਹੋ। ਨਿਰਸਾਕੰ ਸਰੀਕ ਹੈ, ਨੇ ਰਹਿਤ ਹੋ ਸਰੀਕਾਂ ਤੋਂ। ਸਰੀਕੇ ਦੁਸ਼ਮਣ ਨਹੀਂ ਤੇਰਾ ਕੋਈ, ਤੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਆਪ ਜੀ ਐਸੇ ਸਰੂਪ ਹੋ। ਮਿੱਤੋ ਅਮੀਕ ਹੈ ਆਪ ਜੀ ਮਿਣਤੀ ਤੋਂ ਰਹਿਤ ਹੋ, ਡੂੰਘੇ ਤੋਂ ਡੂੰਘੇ ਹੋ। ਸदैवੰ ਪ੍ਰਭਾ ਹੈ ਸਦਾ ਏਵ ਨਿਸ਼ਚੇ ਕਰਕੇ ਪ੍ਰਭਾ ਸੋਭਾ ਵਾਲਾ ਹੈ। ਸਦਾ ਸਦਾ ਤੇਰੀ ਸੋਭਾ ਹੈ। ਅਜਾ ਹੈ ਅਜੈ, ਜਿੱਤਣ ਤੋਂ ਰਹਿਤ ਹੈ। ਜਿਵੇਂ ਦੈਂਤਾਂ ਨੇ ਸ੍ਰਿਸ਼ਟੀ ਜੰਗ ਕਰਕੇ ਜਿੱਤੀ ਸੀ, ਇਉਂ ਤੂੰ ਜਿੱਤਣ ਤੋਂ ਰਹਿਤ ਹੈ। ਅਜੈ, ਜਗ੍ਹਾ ਤੋਂ ਰਹਿਤ ਹੈ, ਪੈਦਾ ਹੋਣ ਤੋਂ ਰਹਿਤ ਹੈ। ਭਾਗਵਤ ਸੰਤੁਐ ਪ੍ਰਸਾਦ ਅਜਾ ਹੈ, ਕਿਤੇ ਜਾਣ ਤੋਂ ਰਹਿਤ ਹੈ। ਤੂੰ ਅਜਨਮਾ ਹੈ। ਜਾ ਕਹਿੰਦੇ ਨੇ ਜਗਤ ਤੋਂ ਆਪ ਜੀ ਰਹਿਤ ਹੋ। ਜਾ ਕਹਿੰਦੇ ਨੇ ਇਸਤਰੀ ਤੋਂ ਰਹਿਤ ਹੋ। ਜੋ ਮਾਇਆ ਰੂਪ ਇਸਤਰੀ ਹੈ, ਆਪ ਜੀ ਉਸ ਤੋਂ ਰਹਿਤ ਹੋ। ਐਸੀ ਇਸਤਰੀ ਇੱਕ ਰਾਮ ਉਪਾਈ, ਜਿਸ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ। ਆਪ ਜੀ ਪੈਦਾ ਹੋਣ ਤੋਂ ਰਹਿਤ ਹੋ, ਜਾਣ ਤੋਂ ਰਹਿਤ ਹੋ। ਭਾਗਵਤੀ ਸੰਤੁਐ ਪ੍ਰਸਾਦ ਭਗਵਤੀ ਛੰਦ, ਜੋ ਅੱਗੇ ਛੰਦ ਦਾ ਨਾਮ ਭਗਵਤੀ ਹੈ। ਭਗਉਤੀ ਵੀ ਕਹਿੰਦੇ ਨੇ। ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਦੇ 2 ਰੂਪ ਆਏ ਨੇ। ਅਤੇ ਸੱਚੇ ਪਾਤਸ਼ਾਹ ਜੀ, ਇਹ ਤੇਰੀ ਕਿਰਪਾ ਨਾਲ ਹੈ ਅਕਾਲ ਪੁਰਖ, ਇਹ ਛੰਦ ਵਰਣਨ ਕਰਨ ਲੱਗਾ ਹਾਂ। ਜਾਹਰ ਜਹੂਰ ਹੈ ਜਾਹਰ ਕਹਿੰਦੇ ਨੇ ਪ੍ਰਤੱਖ ਨੂੰ, ਜਹੂਰ ਕਹਿੰਦੇ ਨੇ ਪ੍ਰਤਾਪ। ਜੋ ਤੇਰਾ ਪ੍ਰਤਾਪ ਹੈ, ਕੋਈ ਲੁਕਿਆ ਛਿਪਿਆ ਪ੍ਰਤਾਪ ਨਹੀਂ ਹੈ। ਤੇਰਾ ਪ੍ਰਤਾਪ ਪ੍ਰਤੱਖ ਹੈ। हे ਪਰਮੇਸ਼ਰ, ਕਿ ਜਾਹਰ ਜਹੂਰ ਹੈ, ਕਿ ਜੋ ਆਪ ਐਸੇ ਸਰੂਪ ਹੋ, ਆਪ ਕੈਸੇ ਹੋ ਜਹੂਰ। ਪ੍ਰਕਾਸ਼ ਲੁਕਦਾ ਨਹੀਂ, ਆਪ ਹਰ ਵੇਲੇ ਪ੍ਰਗਟ ਹੋ। ਜਦੋਂ ਤਾੜੀ ਲਾਈ ਸਿਰਜਣਹਾਰ ਹੈ, ਉਦੋਂ ਵੀ ਪ੍ਰਗਟ ਸੀ। ਪ੍ਰਗਟ ਤੋਂ ਪ੍ਰਗਟ ਰੂਪ ਹੋ ਆਪ ਜੀ, ਕਿ ਜੋ ਆਪ ਉਹਨਾਂ ਦੇ ਸਦਾ ਹਜੂਰ ਨੇੜੇ ਹੋ, ਜੋ ਮਨ ਨੂੰ ਹਾਜ਼ਰ ਸਨਮੁਖ ਆਪ ਜੀ ਦੇ ਰੱਖਦੇ ਹਨ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਉਹਨਾਂ ਦੇ ਆਪ ਜੀ ਸਦਾ ਅੰਗ ਸੰਗ ਹੋ।
ਕਿ ਆਪ ਕੈਸੇ ਸਰੂਪ ਹੋ ਜਹੂਰ, ਸੰਸਾਰ ਅੰਦਰ ਜਾਹਰ ਪ੍ਰਗਟ ਹੋ। ਤੇ ਜਾਹਰ ਪ੍ਰਗਟ ਨੂੰ ਕਹਿੰਦੇ ਨੇ, ਜਹੂਰ ਕਹਿੰਦੇ ਨੇ ਪ੍ਰਤਾਪ ਨੂੰ। ਆਪ ਜੀ ਦਾ ਐਸਾ ਪ੍ਰਤਾਪ ਸਾਰੇ ਪ੍ਰਤੱਖ ਹੈ, ਪ੍ਰਗਟ ਹੈ। ਹਾਜ਼ਰ ਹਜੂਰ ਹੈ, ਨੇੜੇ ਤੋਂ ਨੇੜੇ ਹੋ ਆਪ ਜੀ, ਹਮੇਸ਼ਲ ਸਲਾਮ ਹੈ। ਹਮੇਸ਼ਾ ਸਿੱਧ ਰਹਿਣ ਵਾਲੇ ਹੋ ਤੇ ਹਮੇਸ਼ਾ ਆਪ ਤਾਈ ਨਮਸਕਾਰ ਹੈ। ਮਸਤਲ ਕਲਾਮ ਹੈ, ਸਮਸਤੁਲ ਸਾਰਿਆਂ ਕਲਾਮਾਂ ਵਿੱਚ, ਬਾਣੀਆਂ ਵਿੱਚ, ਜਵਾਨਾਂ ਵਿੱਚ ਆਪ ਜੀ ਹੋ। ਭਾਵੇਂ ਗੁਰਮੁਖੀ, ਪ੍ਰਕਿਰਤਕ, ਉਰਦੂ, ਅੰਗਰੇਜ਼ੀ, ਫਾਰਸੀ, ਪਹਿਲਵੀ, ਪਸ਼ਤਵੀ, ਸੰਸਕ੍ਰਿਤ ਭਾਸ਼ਾ, ਦੇਵਨਾਗਰੀ, ਇਹਨਾਂ ਸਾਰਿਆਂ ਵਿੱਚ ਤੇਰੀ ਕਲਾਮ ਹੈ, ਤੇਰੀ ਕਲਾ, ਇਹਨਾਂ ਸਾਰਿਆਂ ਵਿੱਚ ਤੇਰੀ ਸ਼ਕਤੀ ਹੈ। ਪਰ ਸਤਿਨਾਮ ਤੇਰਾ ਪਰਾ ਪੂਰਬਲਾ। ਬਾਣੀ ਕਰਕੇ ਬ੍ਰਹਮਾ ਆਦਿਕ ਨੂੰ ਸ੍ਰਿਸ਼ਟੀ ਰਚਣ ਦਾ ਹੁਕਮ ਦਿੱਤਾ ਤੇ ਤਪ ਕਰਨ ਦਾ ਹੁਕਮ ਵੀ ਬਾਣੀ ਦੁਆਰਾ ਹੀ ਦਿੱਤਾ, ਕਿਉਂਕਿ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ। ਉਹਨਾਂ ਨੂੰ ਕਿਹੜਾ ਪ੍ਰਮਾਤਮਾ ਉਹ ਨਜ਼ਰ ਆਉਂਦਾ ਹੈ? ਉਹ ਵੇਖੈ, ਉਹ ਵੇਖਦੇ ਨੇ, ਪਰ ਉਹਨਾਂ ਨਜ਼ਰ ਨਾ ਆਵੈ, ਉਹਨਾਂ ਨੂੰ ਦਿੰਦਾ ਨਹੀਂ ਹੈ। ਬਹੁਤਾ ਇਹੋ ਵਿਡਾਣ, ਇਹੀ ਤੇ ਹੈਰਾਨੀ ਦੀ ਗੱਲ ਹੈ। ਸਭ ਅੰਦਰ ਬਾਣੀ ਵਸਦੀ ਹੈ, ਪਰ ਪ੍ਰਗਟ ਉਹਨਾਂ ਨੂੰ ਹੈ ਜਿਨ੍ਹਾਂ ਦੀ ਲਿਵ ਲੱਗੀ ਹੈ। ਧਰਤੀ ਵਿੱਚ ਪਾਣੀ ਹਰ ਥਾਂ ਹੈ, ਪਰ ਪ੍ਰਗਟ ਉੱਥੇ ਹੈ ਜਿੱਥੇ ਖੂਹ, ਟਿਊਬਵੈੱਲ ਜਾਂ ਸੋਮੇ ਹੋਣ, ਕਿਉਂਕਿ ਪਾਣੀ ਤਾਂ ਸਾਰੀ ਧਰਤੀ ਵਿੱਚ ਹੈ। ਪਰ ਪ੍ਰਗਟ ਉੱਥੇ ਹੋਵੇਗਾ ਜਿੱਥੇ ਕੋਈ ਨਲਕਾ ਲਾ ਲਿਆ ਜਾਂ ਬੋਰ ਕਰ ਲਿਆ ਜਾਂ ਖੂਹ ਪੁੱਟ ਲਿਆ, ਉੱਥੇ ਪ੍ਰਗਟ ਹੋਵੇਗਾ ਪਾਣੀ। ਬ੍ਰਹਮ ਗਿਆਨੀ ਜੋ ਹੈ ਇਹ ਸੋਮੇਵਤ ਹੈ। ਜਿਵੇਂ ਪਹਾੜਾਂ ਵਿੱਚੋਂ ਸੋਮਾ ਚੱਲਦਾ ਹੈ, ਨਾ ਕੁਦਰਤੀ ਸੋਮਾ ਚੱਲਦਾ ਹੈ, ਨਾ ਸੁੱਕਦਾ ਹੈ, ਨਾ ਖਤਮ ਹੁੰਦਾ ਹੈ। ਜੋ ਬ੍ਰਹਮ ਗਿਆਨ ਹੈ ਇਹ ਸੋਮੇਵਤ ਹੈ, ਜੋ ਪਹਾੜ ਵਿੱਚ ਆਪ ਹੀ ਚੱਲਦੇ ਹਨ। ਜੋ ਜਗਿਆਸੂ ਹੈ, ਜਗਿਆਸੂ ਖੂਹ ਦੀ ਵੱਤ ਹਨ। ਸ਼ਰਧਾ ਰੂਪੀ ਡੋਲ ਤੇ ਪ੍ਰੀਤ ਰੂਪੀ ਡੋਰੀ ਨਾਲ ਜਿੰਨਾ ਕੁ ਪਾਣੀ ਪ੍ਰਾਪਤ ਕਰਨ, ਉਤਨਾ ਹੀ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਜਿਹੜੇ ਯੋਗਾ ਅਭਿਆਸੀ ਨੇ, ਇੱਕ ਯੋਗਾ ਆਨੰਦ ਹੁੰਦਾ ਹੈ, ਇੱਕ ਬ੍ਰਹਮ ਆਨੰਦ ਹੁੰਦਾ ਹੈ। ਜੋ ਯੋਗਾ ਅਭਿਆਸੀ ਹੈ ਇਹ ਨਲਕੇ ਦੀ ਤਰ੍ਹਾਂ ਹਨ। ਜਿਵੇਂ ਜਿੰਨਾ ਚਿਰ ਨਲਕਾ ਗੇੜੀਏ ਉਨਾ ਚਿਰ ਪਾਣੀ ਆਉਂਦਾ ਹੈ, ਫਿਰ ਆਉਣੋਂ ਹਟ ਜਾਂਦਾ ਹੈ। ਐਸੇ ਤਰ੍ਹਾਂ ਯੋਗ ਸਾਧਨਾ ਦੁਆਰਾ ਦਸਮ ਦੁਆਰ ਵਿੱਚ ਤੇਰੀ ਜੋਤ ਦੇਖਦੇ ਹਨ। ਜਿੰਨਾ ਚਿਰ ਦਸਮ ਦੁਆਰ 'ਚ ਸਵਾਸ ਚੜ੍ਹਾਏ ਨੇ, ਉਨਾ ਚਿਰ ਨਲਕੇ ਵੱਤ ਪਾਣੀ ਭਾਵ ਕੇ ਆਨੰਦ ਆਈ ਜਾਂਦਾ ਹੈ। ਜਦੋਂ ਸਵਾਸ ਉਤਾਰ ਲੈਂਦੇ ਨੇ, ਫਿਰ ਉੱਦਾਂ ਦੇ ਉੱਦਾਂ ਰਹਿ ਜਾਂਦੇ ਨੇ। ਐਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਬਾਣੀ ਤੋਂ ਹੀ ਪ੍ਰਗਟ ਕੀਤੀ ਹੈ। ਕੀਤਾ ਪਸਾਓ ਏਕੋ ਕਵਾਓ, ਪ੍ਰਥਮੇ ਓਅੰਕਾਰ ਤਿਨ ਕਹਾ, ਜਾਤੇ ਪੂਰ ਜਗਤ ਧੁਨ ਰਹਾ। ਏਕੋ ਬਹੁ ਸਿਆਮਾ ਪਰਜਾ ਜਾਏ। ਤੇ ਸਾਰੀ ਸ੍ਰਿਸ਼ਟੀ ਵੀ ਆਪ ਜੀ ਨੇ ਬਾਣੀ ਦੁਆਰਾ ਰਚੀ ਹੈ। ਸਭ ਪਸਾਰਾ ਬਾਣੀ ਅੰਦਰ ਹੀ ਹੈ। ਸਾਹਿਬ ਦਿਮਾਗ ਹੈ, ਸਾਰਿਆਂ ਦੇ ਦਿਮਾਗਾਂ ਦਾ ਮਾਲਕ ਹੈ ਕਿ ਸਾਹਿਬ ਦਿਮਾਗ ਹੈ। ਭਾਵੇਂ ਕੋਈ ਵਿਦਿਆ ਹੈ, ਕਿਸੇ ਨੇ ਡਾਕਟਰੀ ਕੀਤੀ, ਕੋਈ ਵਕਾਲਤ ਕਰਦਾ ਹੈ, ਕਿਸੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਬ੍ਰਹਮ ਵਿਦਿਆ ਕਿਸੇ ਨੇ ਪੜ੍ਹੀ, ਕਿਸੇ ਨੂੰ ਪ੍ਰਾਪਤ ਹੋਈ। ਇਹਨਾਂ ਪੁਰਖਾਂ ਦੇ ਦਿਮਾਗ ਦੇ ਮਾਲਕ ਵੀ ਆਪ ਹੋ। ਤੂੰ ਚੇਤਨ ਹੀ ਸਭ ਨੂੰ ਸੋਚ ਸਮਝ ਕੇ ਦੇ ਰਿਹਾ ਹੈ। ਜਿਹੜੀ ਸਾਰਿਆਂ ਨੂੰ ਸੋਚ ਹੈ, ਸਮਝ ਹੈ, ਉਹ ਤੂੰ ਹੀ ਦੇ ਰਿਹਾ ਹੈ। ਤੇਰੀ ਹੀ ਚੇਤਨ ਸੱਤਾ ਹੈ। ਕੋਈ ਸਮਝਣ ਦੀ, ਲਿਖਣ ਦੀ, ਤਕਰੀਰ, ਤਹਿਰੀਰ ਜਾਂ ਕਿਸੇ ਨਾਲ ਚਰਚਾ ਕਰਨੀ, ਗੋਸ਼ਟੀ ਕਰਨੀ, ਉਹ ਸਾਰੀ ਤੇਰੀ ਸੱਤਾ ਨਾਲ ਹੀ ਹੈ ਕਿ ਸਾਹਿਬ ਦਿਮਾਗ ਹੈ। ਭਾਵੇਂ ਕੋਈ ਜਿੰਨਾ ਮਰਜ਼ੀ ਚਤਰ ਹੋਵੇ, ਜੇ ਕਹੇ ਮੈਂ ਚਤਰ ਹਾਂ, ਨਹੀਂ, ਉਹ ਪਰਮਾਤਮਾ ਦੀ ਚੇਤਨ ਸੱਤਾ ਹੈ। ਭਾਈ ਬਿਧੀ ਚੰਦ ਕਿੰਨੇ ਚਤਰ ਹੋਏ ਨੇ, ਉਹ ਪਿੱਛੇ ਪਰਮਾਤਮਾ ਦਾ ਸਿਰ 'ਤੇ ਹੱਥ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਉਹਨਾਂ ਦੇ ਸਿਰ 'ਤੇ ਹੱਥ ਸੀ।
ਜਿੰਨੇ ਵੀ ਸੰਸਾਰ ਵਿੱਚ ਚਤੁਰ ਹੋਏ ਨੇ, ਬੁੱਧੀ ਵਾਲੇ ਹੋਏ ਨੇ, ਕੋਈ ਸਾਇੰਟਿਸਟ ਹੋ ਗਿਆ, ਕੋਈ ਟੀਚਰ ਹੋ ਗਿਆ, ਸਾਰਿਆਂ ਦੇ ਦਿਮਾਗ ਨੂੰ ਚੇਤਨ ਸੱਤਾ ਦੇਣ ਵਾਲੇ ਆਪ ਜੀ ਹੋ। ਜੇ ਉਹਨਾਂ ਦੀ ਇੰਨੀ ਦਿਮਾਗੀ ਸ਼ਕਤੀ ਹੈ, ਜੇ ਕਿਸੇ ਨੇ ਜਹਾਜ਼ ਬਣਾਇਆ, ਕਿਸੇ ਸਾਇੰਟਿਸਟ ਨੇ, ਜਾਂ ਕਿਸੇ ਸਾਇੰਟਿਸਟ ਨੇ ਕੋਈ ਖੋਜ ਕੀਤੀ, ਤਾਂ ਉਹ ਦਾਅਵਾ ਨਹੀਂ ਕਰ ਸਕਦਾ। ਜਿਹੜੇ ਅੱਜ ਕੱਲ੍ਹ ਵਿਗਿਆਨੀ ਮੰਨਦੇ ਨਹੀਂ ਨਾ ਹੈ ਕਿ ਰੱਬ ਨਹੀਂ ਹੈ। ਜੇ ਰੱਬ ਨਾ ਹੁੰਦਾ, ਤੁਹਾਡਾ ਇੰਨਾ ਦਿਮਾਗ ਕਿੱਧਰੋਂ ਆਉਂਦਾ ਕਿ ਸਾਹਿਬ ਦਿਮਾਗ ਹੈ। ਕਈ ਤਾਂ ਐਸੇ ਨੇ ਪੜ੍ਹ ਪੜ੍ਹ ਕੇ ਹੀ ਕਮਲੇ ਹੋ ਜਾਂਦੇ ਨੇ, ਦਿਮਾਗ ਕੰਮੇ ਨਹੀਂ ਕਰਦਾ। ਪੜ੍ਹਾਈ ਬਥੇਰੀ ਕੀਤੀ ਹੈ, PhD ਕੀਤੀ, ਹੋਰ ਅੱਗੇ ਤੋਂ ਅੱਗੇ ਪੜ੍ਹਾਈ ਕੀਤੀ, ਪਰ ਜੇ ਪਰਮਾਤਮਾ ਦਿਮਾਗ ਵਿੱਚ ਚੇਤਨ ਸੱਤਾ ਨਾ ਪਾਵੇ ਤਾਂ ਬੰਦਾ ਕੁਝ ਨਹੀਂ ਕਰ ਸਕਦਾ। ਉਹ ਤਾਂ ਜੜ ਜਾ ਬਣਿਆ ਰਹੇਗਾ। ਇਸੇ ਤਰ੍ਹਾਂ ਇਹ ਸੱਚੇ ਪਾਤਸ਼ਾਹ ਕੇ ਸਾਹਿਬ ਦਿਮਾਗ ਹੈ। ਸਾਰਿਆਂ ਦੇ ਦਿਮਾਗ ਨੂੰ ਚੇਤਨ ਸੱਤਾ ਦੇਣ ਵਾਲੇ ਆਪ ਜੀ ਹੋ। ਹੁਸਨਲ ਚਰਾਗ ਹੈ। ਹੁਸਨਲ ਕਹਿੰਦੇ ਨੇ ਸੁੰਦਰਤਾਈ ਨੂੰ, ਕਿ ਜੋ ਆਪ ਕੈਸੇ ਸਰੂਪ ਹੋ। ਹੁਸਨਲ ਚਿਰਾਗ ਹੈ, ਸੁੰਦਰਤਾਈ ਦੇ ਚਿਰਾਗ। ਚਿਰਾਗ ਆਪ ਜੀ ਦੀਵਾ ਰੂਪ ਹੋ। ਦੀਵੇ ਦੀ ਨਿਆਈ ਆਪ ਦਾ ਜੋ ਸੁੰਦਰ ਸਰੂਪ ਹੈ ਹੁਸਨਲ, ਉਹ ਪ੍ਰਗਟ ਹੋ ਰਿਹਾ ਹੈ। ਸੁੰਦਰਤਾਈ ਪ੍ਰਗਟ ਹੋ ਰਹੀ ਹੈ ਕਿ ਹੁਸਨਲ ਚਿਰਾਗ ਹੈ। ਸਰੀਰ ਦੀ ਜੋ ਸੁਹੱਪਣ ਹੈ ਉਹ ਤੇਰੀ ਹੀ ਬਖਸ਼ੀ ਹੈ। ਜਿੰਨੇ ਸਾਰੇ ਸੁੰਦਰ ਸਰੂਪ ਰਚੇ ਨੇ, ਸਾਰੇ ਸਰੀਰ ਰਚੇ ਨੇ, ਸੁੰਦਰਤਾਈ ਬਣਾਈ ਹੈ, ਇਹ ਤੇਰੀ ਹੀ ਰਚੀ ਹੋਈ ਹੈ। ਹੇ ਚੇਤਨ, ਸਭ ਅੰਗਾਂ ਵਿੱਚ ਤੇਰੀ ਹੀ ਸੁੰਦਰਤਾਈ ਹੈ। ਚੇਤਨ ਪਰਮਾਤਮਾ ਜੋ ਸਾਰਿਆਂ ਨੂੰ ਚੇਤਨ ਸੱਤਾ ਦਿੰਦਾ ਹੈ, ਤੇਰੀ ਹੀ ਸੁੰਦਰਤਾਈ ਸਾਰੇ ਅੰਗਾਂ ਵਿੱਚ ਹੈ। ਭਾਵੇਂ ਪੌਣ ਜਾਂ ਚੰਦ ਹੋਵੇ ਜਾਂ ਸੂਰਜ, ਚਾਰੇ ਖਾਣੀਆਂ ਰੂਪ ਰਚਨਾ, ਇਹ ਤੇਰੀ ਚੇਤਨ ਸੱਤਾ ਰੂਪ ਦੀਵਾ ਜਲ ਰਿਹਾ ਹੈ। ਜੇ ਤੂੰ ਇਹਨਾਂ ਨੂੰ ਪ੍ਰਕਾਸ਼ ਦੇ ਰਿਹਾ ਹੈ ਤਾਂ ਇਹ ਜਲ ਰਹੇ ਨੇ, ਤਾਂ ਪ੍ਰਕਾਸ਼ ਦੇ ਰਹੇ ਨੇ, ਨਹੀਂ ਤਾਂ ਸੂਰਜ ਕਾਲੇ ਦਾ ਕਾਲਾ ਹੀ ਰਹਿ ਜਾਵੇ। ਕਿੱਥੋਂ ਉਹ ਪ੍ਰਕਾਸ਼ ਦੇ ਸਕਦਾ ਹੈ ਜੇ ਤੂੰ ਚੇਤਨ ਸੱਤਾ ਸੂਰਜ ਵਿੱਚ ਨਾ ਪਾਵੇ। ਜੇ ਚੰਦ ਵਿੱਚ ਪ੍ਰਕਾਸ਼ ਨਾ ਪਾਵੇ ਤਾਂ ਚੰਦ ਰਾਤ ਨੂੰ ਰੋਸ਼ਨੀ ਨਹੀਂ ਕਰ ਸਕਦਾ। ਜੇ ਤੂੰ ਤਾਰਿਆਂ ਵਿੱਚ ਚੇਤਨ ਸੱਤਾ ਨਾ ਪਾਵੇ, ਚਾਰੇ ਖਾਣੀਆਂ ਵਿੱਚ ਜੋ ਅੰਡਜ, ਜੇਰਜ, ਸੇਤਜ, ਉਤਭੁਜ, ਇਹਨਾਂ ਵਿੱਚ ਆਪ ਦੀ ਚੇਤਨ ਸੱਤਾ ਨਾ ਪਾਵੇ ਤਾਂ ਇਹ ਜੜ ਦੇ ਜੜ ਰਹਿ ਜਾਂਦੇ ਨੇ, ਕੁਝ ਕਰ ਨਹੀਂ ਸਕਦੇ। ਇਹਨਾਂ ਸਾਰਿਆਂ ਵਿੱਚ ਚੇਤਨ ਸੱਤਾ ਆਪ ਜੀ ਦੀ ਹੈ। ਕਾਮਲ ਕਰੀਮ ਹੈ। ਕਾਮਲ ਮੁਕੰਮਲ, ਮੁਕੰਮਲ ਪੂਰਨ, ਸਭ ਤੇ ਕਰੀਮ, ਕਰਮ ਬਖਸ਼ੀ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਤੇ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਵੀ ਹੈ, ਤੇ ਸਭ ਥਾਈਂ ਪੂਰਨ ਵੀ ਹੈ। ਰਾਜਕ ਰਹੀਮ ਹੈ। ਆਪ ਰੋਜੀ ਦੇਣ ਵਾਲੇ ਹੋ, ਭੇਦਾਂ ਨੂੰ ਜਾਣਨ ਵਾਲੇ ਹੋ, ਅੰਤਰਜਾਮੀ ਤੇ ਰਹਿਮ ਦਿਲ ਹੋ। ਰੋਜੀ ਦੇਹੰਦ ਹੈ। ਕਿ ਆਪ ਜੀ ਕੈਸੇ ਹੋ, ਰੋਜੀ ਦੇਣ ਵਾਲੇ ਹੋ, ਦੇਹੰਦ ਦੇਣ ਵਾਲੇ ਹੋ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੈ ਹੈ। ਜਾਨ, ਜਿਨ੍ਹਾਂ ਵਿੱਚ ਜਾਨ ਹੈ, ਚੇਤਨ ਸੱਤਾ ਹੈ। ਜਿਵੇਂ ਆਪਾਂ ਜੀਵ ਨੇ ਜੋ ਤੁਰਦੇ ਫਿਰਦੇ ਨੇ, ਜਾਨ ਜਾਨਦਾਰਾਂ ਨੂੰ ਤੇ ਅਜਾਨ, ਜੜ ਜੋ ਦਰਖਤ ਆਦਿਕਾਂ ਨੂੰ ਵੀ ਚਾਰੇ ਖਾਣੀਆਂ ਨੂੰ ਦੇ ਰਿਹਾ ਹੈ। ਵਾ ਜਾਨ ਗਿਆਨੀਆਂ ਨੂੰ ਤੇ ਅਜਾਨ ਜੋ ਅਗਿਆਨੀ ਨੇ, ਉਹਨਾਂ ਨੂੰ ਵੀ ਆਪ ਜੀ ਦੇਣ ਵਾਲੇ ਹੋ, ਉਹਨਾਂ ਨੂੰ ਵੀ ਰੋਜੀ ਦਿੰਦੇ ਹੋ। ਜਿਹੜੇ ਜ਼ਮੀਨ 'ਤੇ ਵਿਚਰਨ ਵਾਲੇ ਨੇ ਤੇ ਆਕਾਸ਼ਚਾਰੀ ਨੇ, ਆਕਾਸ਼ਾਚਾਰੀ ਨੇ, ਆਕਾਸ਼ ਵਿੱਚ ਵਿਚਰਨ ਵਾਲੇ ਨੇ, ਉਹਨਾਂ ਨੂੰ ਵੀ ਪਰਮਾਤਮਾ ਰੋਜੀ ਦੇ ਰਿਹਾ ਹੈ। ਸਾਰਿਆਂ ਦੇ ਰੋਜੀ ਭੇਦ ਜਾਣਨ ਵਾਲਾ ਹੈ। ਰਾਜਕ ਰਹਿੰਦ ਹੈ। ਕਿ ਰਾਜਕ ਰਹਿੰਦ ਹੈ। ਰਾਜਕ ਭੇਦਾਂ ਨੂੰ ਜਾਣਨ ਵਾਲਾ ਹੈ ਤੇ ਰਹਿੰਦ ਰਿਹਾ ਕਰਨ ਵਾਲਾ ਹੈ, ਬੰਦ ਖਲਾਸ ਕਰਨ ਵਾਲਾ ਹੈ। ਮਾਤਾ ਦੇ ਗਰਭ ਤੋਂ, ਕਾਲ ਚੱਕਰ ਤੋਂ, 84 ਦੇ ਚੱਕਰ ਤੋਂ ਰਿਹਾ ਕਰਨ ਵਾਲਾ ਹੈ ਪਰਮਾਤਮਾ। ਜਿਵੇਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ।
ਜਿਵੇਂ ਬਹਾਦਰ ਸ਼ਾਹ ਨੂੰ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਅਰੰਗੇ ਨੇ ਜੇਲ੍ਹਾਂ ਭਰ ਛੱਡੀਆਂ ਸਨ, ਉਹ ਜੇਲ੍ਹਾਂ ਵਿੱਚੋਂ ਕੈਦੀ ਰਿਹਾ ਕਰਵਾਏ ਸਨ। ਜਿਵੇਂ ਸਰੀਰ ਛੱਡਣ ਤੋਂ ਬਾਅਦ ਵੀ ਮਹਾਰਾਜ ਨੇ ਜੋ ਪੁਣੇ ਸਤਾਰੇ ਕਿਲ੍ਹੇ ਵਿੱਚ ਬਾਲਾ ਰਾਓ ਅਤੇ ਰੁਸਤਮ ਰਾਏ ਨੂੰ ਕੈਦ ਕੀਤਾ ਹੋਇਆ ਸੀ, ਮਹਾਰਾਜ ਨੇ ਉਹਨਾਂ ਨੂੰ ਵੀ ਰਿਹਾ ਕਰਵਾਇਆ ਕਿ ਰਾਜ ਇੱਕ ਰਹਿੰਦ ਹੈ। ਆਪ ਜੀ ਐਸੇ ਹੋ, ਬੰਧਨਾਂ ਤੋਂ ਆਪ ਜੀ ਰਿਹਾ ਕਰਨ ਵਾਲੇ ਹੋ। ਆਪ ਜੀ ਗਰਭ ਤੋਂ ਜਾਂ ਮੌਤ ਤੋਂ, ਕਾਲ ਦੇ ਚੱਕਰ ਤੋਂ ਆਪ ਜੀ ਰਿਹਾ ਕਰਨ ਵਾਲੇ ਹੋ। ਕਰੀਮੁਲ ਕਮਾਲ ਹੈ, ਕਰੀਮੁਲ ਕਮਾਲ ਹੈ, ਪੂਰਨ ਕਿਰਪਾ ਕਰਨ ਵਾਲਾ ਉਲ ਕਥਨ ਕਰੀਦਾ ਹੈ। ਹੁਸਨੁਲ ਜਮਾਲ ਹੈ, ਜਮਾਲ ਜੋ ਆਪ ਜੀ ਦਾ ਚਿਹਰਾ ਹੈ, ਇਹ ਦਲੇਰੀ ਵਾਲਾ ਆਪ ਜੀ ਦਾ ਚਿਹਰਾ ਹੈ ਕਿ ਹੁਸਨੁਲ ਜਮਾਲ ਹੈ, ਹੌਸਲੇ ਵਾਲਾ ਜਮਾਲ ਹੈ, ਪ੍ਰਕਾਸ਼ ਵਾਲਾ ਸੁੰਦਰ ਤੇਰਾ ਚਿਹਰਾ ਹੈ। ਸੱਚੇ ਪਾਤਸ਼ਾਹ ਜੌਹਰ ਵਾਲਾ ਚਿਹਰਾ ਹੈ, ਸੁੰਦਰ ਸਰੂਪ ਵਾਲੇ ਆਪ ਜੀ ਕਥਨ ਕਰੀਦੇ ਹੋ। ਗਨੀਮੁਲ ਖਿਰਾਜ ਹੈ, ਗਨੀਮੁਲ ਦੁਸ਼ਮਨਾਂ ਨੂੰ ਖਿਰਾਜ ਖਿਰਾਦਣ ਵਾਲੇ ਹੋ, ਛਿੱਲਣ ਵਾਲੇ ਹੋ। ਖਿਰਾਜ ਟੈਕਸ, ਲੋਕ ਦੰਡ, ਪਿੱਤਰ ਦੰਡ ਆਪ ਜੀ ਲਾਉਂਦੇ ਹੋ। ਉਲ ਸਾਰਿਆਂ ਨੂੰ ਹੀ, ਗਰੀਬੁਲ ਨਿਵਾਜ ਹੈ, ਗਰੀਬਾਂ ਦੀ ਉਲ, ਗਰੀਬ ਉਲ ਉੱਥੋਂ ਫਿਰ ਇਕੱਠਾ ਕਰਕੇ ਬਣਦਾ ਹੈ ਗਰੀਬ ਉਲ। ਗਰੀਬਾਂ ਦੀ ਉਲ ਪੂਰਨ ਨਿਵਾਜ ਆਪ ਜੀ ਪਾਲਣਾ ਕਰਨ ਵਾਲੇ ਹੋ, ਰੱਖਿਆ ਕਰਨ ਵਾਲੇ ਹੋ, ਵਡਿਆਉਣ ਵਾਲੇ ਹੋ। ਹਰੀਫੁਲ ਸਿਕੰਨ ਹੈ, ਹਰੀਫੁਲ ਸਿਕੰਨ ਹੈ, ਦੁਸ਼ਮਣ ਜੋ ਹਨ ਭਗਤਾਂ ਦੇ, ਉਹਨਾਂ ਨੂੰ ਸਿਕੰਨ ਆਪ ਜੀ ਤੋੜਨ ਵਾਲੇ ਹੋ, ਸਿਕੰਨ ਸ਼ਿਕਸਤ ਦੇਣ ਵਾਲੇ ਹੋ। ਹਿਰਾਸੁਲ ਫਿਕੰਨ ਹੈ, ਹਿਰਾਸੁਲ ਪੂਰਨ ਡਰ ਭੈ ਨੂੰ, ਸਾਰੇ ਡਰ ਭੈ ਨੂੰ ਫਿਕੰਨ ਫੈਂਕ ਦਿੰਦਾ ਹੈ। ਹਿਰਾਸੁਲ ਫਿਕੰਨ ਹੈ, ਸਭ ਵਿੱਚ ਆਪ ਜੀ ਭੈ ਪਾਉਣ ਵਾਲੇ ਹੋ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਤੇ ਭਗਤਾਂ ਦੇ ਅੰਦਰੋਂ ਆਪ ਜੀ ਡਰ ਕੱਢ ਦਿੰਦੇ ਹੋ। ਕਲੰਕੰ ਪਰਨਾਸ ਹੈ, ਕਲੰਕਾਂ ਨੂੰ ਵੀ ਪਰੇ ਪਰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲੇ ਹੋ। ਕੋਟ ਕਲੰਕ ਖਿਨ ਮਾਹੇ ਮਿਟ ਜਾਹੇ। ਮਸਤੁਲ ਨਿਵਾਸ ਹੈ, ਸਾਰਿਆਂ ਵਿੱਚ ਉਲ ਪੂਰਨ ਨਿਵਾਸ ਕਰਨ ਵਾਲੇ ਹੋ। ਅਗੰਜੁਲ ਗਨੀਮ ਹੈ, ਅਗੰਜੁਲ ਗਨੀਮ ਹੈ, ਦੁਸ਼ਮਣਾਂ ਨੂੰ ਪੂਰਨ ਕੱਟਣ ਵਾਲਾ ਹੈ, ਅਗੰਜੁਲ ਕੱਟਣ ਵਾਲਾ ਹੈ। ਅਗੰਜ ਉਲ, ਅਗੰਜ ਕੱਟਣ ਤੋਂ ਰਹਿਤ ਹੈ, ਉਲ ਪੂਰਨ ਤੌਰ 'ਤੇ ਅਗੰਜ ਉਲ, ਅਗੰਜੁਲ ਦੁਸ਼ਮਣਾਂ ਨੂੰ ਪੂਰਨ ਕੱਟਣ ਵਾਲਾ ਹੈ, ਤੇ ਆਪ ਦੁਸ਼ਮਣਾਂ ਦੇ ਕੱਟਣ ਤੋਂ ਰਹਿਤ ਹੋ, ਪੂਰਨ ਕਥਨ ਕਰੀਦਾ ਹੈ। ਗਨੀਮ ਦੁਸ਼ਮਣਾਂ ਨੂੰ ਕਹਿੰਦੇ ਨੇ। ਰਜਾਇਕ ਰਹੀਮ ਹੈ, ਰਜਾਇਕ ਰਹੀਮ ਹੈ, ਭਾਣੇ ਵਿੱਚ ਰਜਾ ਵਿੱਚ ਚਲਾਉਣ ਵਾਲਾ ਹੈ, ਰੋਜੀ ਦੇਣ ਵਾਲਾ ਹੈ, ਰਜਾ ਦਾ ਮਾਲਕ ਹੈ ਤੇ ਰਹਿਮ ਦਿਲ ਹੈ। ਅਗੰਜੁਲ ਗਨੀਮ ਹੈ, ਦੁਨੀਆ ਦੀ ਮਾਇਆ ਤੋਂ ਰਹਿਤ ਹੋ ਕੇ ਤੇ ਦੁਨੀਆ ਨੂੰ ਮਾਇਆ ਤੋਂ ਰਹਿਤ ਕਰਨ ਵਾਲੇ ਹੋ। ਸਮਸਤੁਲ ਜੁਵਾ ਹੈ, ਸਾਰੀਆਂ ਜਵਾਨਾਂ ਵਿੱਚ ਆਪ ਜੀ ਹੋ। ਹੁਣ ਅੱਗੇ ਕਹਿੰਦੇ ਕਿ ਮਹਾਰਾਜ ਤੁਸੀਂ ਤਾਂ ਕਹਿੰਦੇ ਸਾਰੀਆਂ ਜਵਾਨਾਂ ਵਿੱਚ ਹੋ, ਕਿਸੇ ਵਿੱਚ ਕਥਨ ਦਾ ਕਰਕੇ ਦਿਖਾਓ ਤਾਂ ਅੱਗੇ ਦੱਸਦੇ ਨੇ ਸਾਹਿਬ ਕਿਰਾ ਹੈ, ਸਾਰੀਆਂ ਜਵਾਨਾਂ ਵਿੱਚ ਸਾਰੀਆਂ ਕਿਰਾ, ਕਲਾਮਾਂ ਦਾ, ਬਾਣੀਆਂ ਦਾ, ਬਲੈਤਾਂ ਦਾ ਤੇ ਕਲਯੁਗ ਦਾ, ਚੌਹਾਂ ਯੁੱਗਾਂ ਦਾ ਮਾਲਕ ਹੈ। ਕਿਰਾ ਨਾਮ ਆਕਾਸ਼ ਦਾ ਵੀ ਹੈ ਤੇ ਆਕਾਸ਼ਵਤ ਸਾਰੇ ਵਰਤ ਰਿਹਾ ਹੈ, ਪੂਰਨ ਹੈ। ਨਰਕੰ ਪਰਨਾਸ ਹੈ, ਕਿ ਨਰਕੰ ਪਰਨਾਸ ਹੈ, ਪਰ ਵਿਸ਼ੇਸ਼ ਕਰਕੇ ਨਰਕਾਂ ਨੂੰ ਵੀ ਆਪ ਜੀ ਨਾਸ਼ ਕਰਨ ਵਾਲੇ ਹੋ, ਨਿਵਰਤ ਕਰਨ ਵਾਲੇ ਹੋ। ਬਹਿਸਤੁਲ ਨਿਵਾਸ ਹੈ, ਬਹਿਸਤੁਲ ਨਿਵਾਸ ਹੈ, ਬਹਿਸਤੁਲ ਬੈਕੁੰਠ ਵਿੱਚ ਨਿਵਾਸ ਕਰਨ ਵਾਲਾ ਹੈ। ਬਹਿਸਤੁਲ ਨਾਮ ਸਵਰਗ ਦਾ ਵੀ ਹੈ। ਬੈਕੁੰਠ ਵਿੱਚ ਆਪ ਜੀ ਨਿਵਾਸ ਕਰਨ ਵਾਲੇ ਹੋ, ਬਹਿਸਤੁਲ ਨਿਵਾਸ ਹੈ, ਜੋ ਭਗਤਾਂ ਦਾ ਬੈਕੁੰਠ ਵਿੱਚ ਆਪ ਜੀ ਨਿਵਾਸ ਕਰਾਉਣ ਵਾਲੇ ਹੋ। ਕਿ ਸਰਬੁਲ ਗਵਨ ਹੈ, ਕਿ ਸਰਬੁਲ ਗਵਨ ਹੈ, ਸਾਰਿਆਂ ਪਾਸੇ ਸਰਬ ਉਲ ਪੂਰਨ ਤੌਰ 'ਤੇ ਗਵਨ ਆਪ ਜੀ ਗਵਨ ਕਰਨ ਵਾਲੇ ਹੋ।
ਸਾਰੇ ਆਪ ਜੀ ਨੂੰ ਗਾਉਂਦੇ ਹਨ। ਆਪ ਜੀ ਜੋ ਸਾਰੇ ਗਾਉਂਦੇ ਹਨ, ਉਹਨਾਂ ਦੇ ਬਚਨਾਂ ਵਿੱਚ ਵੀ ਆਪ ਜੀ ਹੋ। ਉਹਨਾਂ ਤੋਂ ਆਪ ਜੀ ਹੀ ਗਵਾਉਂਦੇ ਹੋ। ਸਰਬੁਲ ਗਵਰਨ, ਸਾਰਿਆਂ ਵਿੱਚ ਗਵਨ ਕਰਨ ਵਾਲੇ ਹੋ। ਹਮੇਸ਼ੁਲ ਰਵਨ ਹੈ। ਹਮੇਸ਼ੁਲ ਰਵਨ ਹੈ। ਹਮੇਸ਼ੁਰ ਕਹਿੰਦੇ ਹਮੇਸ਼ਾ, ਰਵਨ ਹਮੇਸ਼ਾ ਉਲ ਜੋ ਪੂਰਨ ਹੈ ਪਰਮਾਤਮਾ। ਰਵਨ ਸੁੰਦਰ ਸਰੂਪ ਹੈ। ਰਵਨ ਉਚਾਰਨੇ ਯੋਗ ਹੈ। ਵਾ ਵਿਚਾਰ ਕਰਨ ਵਾਲਾ ਜੋ ਪਰਮਾਤਮਾ ਹੈ, ਵਿਚਾਰਨ ਵਾਲਾ ਹੈ, ਜੋ ਸਭ ਦੇ ਗਾਉਣੇ ਯੋਗ ਹੈ, ਰਮਿਆ ਹੋਇਆ ਹੈ। ਤਮਾਮੁਲ ਤਮੀਜ ਹੈ। ਤਮਾਮੁਲ, ਤਮਾਮ ਉਲ, ਸਾਰਿਆਂ ਵਿੱਚ ਪੂਰਨ, ਭਾਵ ਕਿ ਸਭ ਦੀ ਜਾਣ ਪਛਾਣ ਕਰਨ ਵਾਲਾ ਹੈ। ਤਮੀਜ਼, ਤਮੀਜ਼ ਕਹਿੰਦੇ ਨੇ ਜਾਣ ਪਛਾਣ ਕਰਨੀ। ਸਭ ਦੀ ਜਾਣ ਪਛਾਣ ਕਰਨ ਵਾਲਾ ਹੈ। ਸਭ ਦੀ ਸਿਆਣ ਗਿਆਨ ਕਰਨ ਵਾਲਾ ਹੈ। ਸਭ ਨੂੰ ਪਰਮਾਤਮਾ ਜਾਣਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਲੁਕਿਆ ਛਿਪਿਆ ਰਿਹਾ, ਮੈਨੂੰ ਪਰਮਾਤਮਾ ਨਹੀਂ ਜਾਣਦਾ, ਜਾਂ ਪਰਮਾਤਮਾ ਨੇ ਤਾਂ ਮੇਰੇ ਤੋਂ ਮੁੱਖ ਮੋੜ ਛੱਡਿਆ ਹੈ, ਪਰਮਾਤਮਾ ਮੈਨੂੰ ਨਹੀਂ ਜਾਣਦਾ। ਉਹ ਸਾਰਿਆਂ ਦੇ ਪਾਪਾ ਪੁੰਨਾ ਤਾਈਂ ਜਾਣਨ ਵਾਲਾ ਹੈ। ਸਾਰਿਆਂ ਦੀ ਬੁੱਧੀ ਦੀ ਪਛਾਣ ਰੱਖਦਾ ਹੈ। ਸਭ ਦੀ ਪਛਾਣ ਕਰਨੇ ਵਾਲਾ ਉਹ ਪਰਮਾਤਮਾ ਹੈ। ਆਪ ਨੂੰ ਕੋਈ ਨਹੀਂ ਪਛਾਣ ਸਕਦਾ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਣੈ ਤੇਰਾ ਆਪਣਾ ਆਪ ਤੂੰ ਜਾਣਹਿ। ਸਾਰਿਆਂ ਦੀ ਪਛਾਣ ਪਰਮਾਤਮਾ ਰੱਖਦਾ ਹੈ, ਪਰ ਪਰਮਾਤਮਾ ਦੀ ਪਛਾਣ ਕੋਈ ਨਹੀਂ ਰੱਖ ਸਕਦਾ। ਆਪਣਾ ਆਪ ਤੂੰ ਜਾਣਹਿ। ਹੇ ਸੱਚੇ ਪਾਤਸ਼ਾਹ, ਤੇਰੀ ਪਛਾਣ ਤਾਂ ਤੂੰ ਆਪੇ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਤਮਾਮ ਵਿਚਾਰ ਕਰਨ ਵਾਲਾ ਪਰਮਾਤਮਾ ਹੈ। ਸਮਸਤੁਲ ਅਜੀਜ ਹੈ। ਸਮਸਤੁਲ ਅਜੀਜ ਹੈ, ਸਾਰਿਆਂ ਦਾ ਪਿਆਰਾ ਹੈ। ਅਜੀਜ ਪਿਆਰੇ ਨੂੰ ਕਹਿੰਦੇ ਨੇ। ਪਰਮ ਪਰਮ ਈਸ ਹੈ। ਪਰਮ ਪਰਮ ਈਸ ਹੈ, ਜੋ ਵੱਡੇ ਤੋਂ ਵੀ ਵੱਡਾ ਹੈ, ਮਹਾਨ ਤੋਂ ਵੀ ਮਹਾਨ ਹੈ, ਪਰੇ ਤੋਂ ਪਰੇ ਹੈ। ਪਰਮ ਪਰਮ ਈਸ ਹੈ, ਜੋ ਪਰੇ ਤੋਂ ਪਰੇ ਹੈ, ਜੋ ਈਸ਼ਰ ਹੈ। ਉਹ ਤਾਂ ਤਿੰਨੇ ਦੇਵਤੇ ਜੀ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਆਦਿਕ, ਇਹਨਾਂ ਤੋਂ ਵੀ ਪਰੇ ਈਸ਼ਰ ਹੈ, ਜੋ ਪੰਜ ਈਸ਼ਰ ਮੰਨੇ ਗਏ ਨੇ। ਸ਼ਿਵ ਜੀ, ਗਣੇਸ਼, ਸ਼ਕਤੀ, ਸੂਰਜ, ਚੰਦਰਮਾ, ਇਹ ਪੰਜ ਈਸ਼ਰ ਮੰਨੇ ਗਏ ਨੇ। ਇਹਨਾਂ ਤੋਂ ਵੀ ਆਪ ਜੀ ਪਰਮ ਵੱਡੇ ਹੋ। ਉਹਨਾਂ ਦਾ ਪਰਾ ਰੂਪ ਹੋ, ਵੱਡਿਆਂ ਤੋਂ ਵੱਡੇ ਹੋ, ਪਾਤਸ਼ਾਹ ਹੋ। ਸਮਸਤੁਲ ਅਦੀਸ ਹੈ। ਸਮਸਤੁਲ ਅਦੀਸ ਹੈ, ਸਾਰਿਆਂ ਦੇ ਦਿਸਣ ਤੋਂ ਰਹਿਤ ਹੋ, ਸਾਰਿਆਂ ਦਾ ਆਦਿ ਈਸ਼ਰ ਹੋ। ਅਦੀਸੁਲ ਅਲੀਖ ਹੈ। ਆਦੇਸੁਲ ਅਲੇਖ ਹੈ, ਆਪ ਜੀ ਦੇਸ਼ਾਂ ਤੋਂ ਰਹਿਤ ਹੋ। ਆਪ ਵਿਸ਼ੇਸ਼ ਕਰਕੇ ਸਾਰਿਆਂ ਦੇਸ਼ਾਂ ਵਿੱਚ ਆਇਆ ਹੋਇਆ ਹੈ। ਦੇਸ਼ ਕਹਿੰਦੇ ਨੇ ਅੰਗ ਨੂੰ। ਸਾਰਿਆਂ ਦੇ ਹਿਰਦਿਆਂ ਵਿੱਚ ਆਇਆ ਹੋਇਆ ਹੈ। ਆਦੇਸੁਲ ਅਲੇਖ ਹੈ। ਹੇ ਲੇਖੇ ਤੋਂ ਰਹਿਤ, ਆਪ ਤਾਈਂ ਨਮਸਕਾਰ ਹੈ। ਹਮੇਸ਼ੁਲ ਅਭੀਖ ਹੈ। ਹਮੇਸ਼ੁਲ ਅਭੇਖ ਹੈ, ਹਮੇਸ਼ਾ ਭੇਖਾਂ ਤੋਂ ਰਹਿਤ ਰਹਿਣ ਵਾਲੇ ਹੋ। ਹਮੇਸ਼ਾ ਪੂਰਨ ਸਾਰੇ ਭੇਖਾਂ ਵਿੱਚ ਆਇਆ ਹੋਇਆ ਹੈ। ਜ਼ਮੀਨੁਲ ਜਮਾ ਹੈ। ਜ਼ਮੀਨੁਲ ਜਮਾ ਹੈ, ਜ਼ਮੀਨ ਕਹਿੰਦੇ ਨੇ ਧਰਤੀ ਨੂੰ, ਜਮਾ ਕਹਿੰਦੇ ਨੇ ਅਸਮਾਨ ਨੂੰ। ਉਹ ਜ਼ਮੀਨ ਤੇ ਧਰਤੀ ਅੰਦਰ ਉਲ ਪੂਰਨ ਵਿਆਪਕ ਹੈ। ਜਮਾ ਹੈ, ਜਮਾਨੇ ਵਿੱਚ ਉਲ ਪੂਰਨ ਹੈ। ਅਮੀਕੁਲ ਇਮਾ ਹੈ। ਅਮੀਕੁਲ ਇਮਾ ਹੈ, ਅਮੀਕ ਕਹਿੰਦੇ ਨੇ ਡੂੰਘਾ, ਗੰਭੀਰਤਾ ਵਾਲਾ। ਪਿੱਛੇ ਆਇਆ ਸੀ ਨਾ, ਅਮੀਕ ਹੈ, ਉਹ ਡੂੰਘਾ ਹੈ। ਪਰਮਾਤਮਾ ਡੂੰਘਾ ਹੈ, ਸਾਰਿਆਂ ਵਿੱਚ ਮਿਲਿਆ ਹੋਇਆ ਹੈ, ਪਤਾਲਾਂ ਦਾ ਵੀ ਪਤਾਲ ਹੈ। ਅਮੀਕ ਉਲ ਇਕੱਠਾ ਹੋ ਕੇ ਅਮੀਕੁਲ ਸ਼ਬਦ ਅਮੀਕੁਲ ਇਮਾ ਹੈ। ਗੰਭੀਰਤਾ ਵਾਲੇ ਹੋ ਆਪ ਜੀ, ਡੂੰਘੇ ਇਮਾ ਧਰਮ ਵਾਲੇ ਹੋ। ਕਰੀਮੁਲ ਕਮਾਲ ਹੈ। ਆਪ ਜੀ ਕਿਰਪਾਲੂ ਸਰੂਪ ਹੋ, ਕਮਾਲ ਪੂਰਨ ਹੋ। ਜੁਰਤ ਜਮਾਲ ਹੈ। ਕਿ ਜੁਰਤ, ਜੁਰਤ ਦਲੇਰੀ ਵਾਲੇ ਹੋ, ਦਲੇਰੀ ਵਾਲੇ ਚਿਹਰੇ ਵਾਲੇ ਹੋ ਆਪ ਜੀ, ਜਮਾਲ ਹੈ। ਕਿ ਜੁਰਤ ਜੋਰਾਂ ਵਾਲਾ ਆਪ ਜੀ ਦਾ ਜਮਾਲ ਚਿਹਰਾ ਹੈ ਆਪ ਦਾ। ਆਪ ਜੀ ਨਿਰਭਉ ਸਰੂਪ ਹੋ। ਅਚਲਮ ਪ੍ਰਕਾਸ਼ ਹੈ। ਜੋ ਪਰਮਾਤਮਾ ਦਾ ਪ੍ਰਕਾਸ਼ ਹੈ, ਉਹ ਚਲਾਏਮਾਨ ਨਹੀਂ ਹੈ। ਜੋ ਅਚਲ ਸਰੂਪ ਹੈ, ਐਸਾ ਪਰਮਾਤਮਾ ਦਾ ਅਚਲ ਹੈ, ਅਚਲ ਰਹਿਣ ਵਾਲਾ ਪ੍ਰਕਾਸ਼ ਹੈ।
ਕਿ ਅਚਲੰ ਪ੍ਰਕਾਸ਼ ਹੈ, ਚਲਾਇਮਾਨ ਪ੍ਰਕਾਸ਼ ਨਹੀਂ ਹੈ। ਅਮਿਤੋ ਸੁਬਾਸ ਹੈ। ਸੋ ਬਾਸ, ਸੋ ਕਹਿੰਦੇ ਨੇ ਸ੍ਰੇਸ਼ਟ ਨੂੰ, ਬਾਸ ਘਰ ਵਾਲਾ ਹੈ, ਸ੍ਰੇਸ਼ਟ ਘਰ ਵਾਲਾ ਹੈ। ਵਾ ਜੋ ਤੂੰ ਭਗਤੀ ਰੂਪ ਵਾਸਨਾ ਸੋਭਾ ਵਾਲਾ ਹੈ। ਸਾਰਿਆਂ ਵਿੱਚ ਮਰਿਆਦਾ ਵਿੱਚ ਜਿੰਨੀ ਵੀ ਮਰਿਆਦਾਵਾਂ ਨੇ ਸਾਰਿਆਂ ਵਿੱਚ ਆਇਆ ਹੋਇਆ ਹੈ। ਅਮਿਤੋ ਮਿਣਨ ਤੋਂ ਰਹਿਤ ਹੈ। ਸ਼ਾਸਤਰ ਪ੍ਰਮਾਣ ਕਰਕੇ, ਰਾਜ ਆਦਿ ਨਾਲ ਕਰਕੇ ਕੋਈ ਤੈਨੂੰ ਮਿਣ ਨਹੀਂ ਸਕਦਾ। ਆਪ ਜੀ ਮਿਣਤੀ ਤੋਂ ਰਹਿਤ ਹੋ। ਅਮਿਤੋ, ਮਿੱਤ ਕਹਿੰਦੇ ਨੇ ਗਿਣਤੀ ਨੂੰ ਤੇ ਅਮਿਤੋ ਕਹਿੰਦੇ ਨੇ ਗਿਣਤੀ ਤੋਂ ਰਹਿਤ। ਆਪ ਜੀ ਗਿਣਤੀ ਤੋਂ ਰਹਿਤ ਹੋ, ਆਪ ਜੀ ਮਿਣੇ ਨਹੀਂ ਜਾਂਦੇ। ਜਿਵੇਂ ਪਿੱਛੇ ਵੀ ਆਪਾਂ ਨੇ ਸਰਵਣ ਕੀਤਾ ਸੀ, ਜੋ 6 ਸ਼ਾਸਤਰ ਨੇ, ਜਦੋਂ ਪੰਕਤੀ ਆਈ ਸੀ ਨਾ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਜਿਹੜੇ 6 ਸ਼ਾਸਤਰ ਨੇ ਅਨੇਕਾਂ ਅਨੇਕਾਂ ਕਰਕੇ ਆਪ ਜੀ ਨੂੰ ਜਾਣਦੇ ਨੇ। ਕੋਈ ਕਹਿੰਦੇ ਪਰਮਾਤਮਾ ਇੱਕ ਥਾਂ 'ਤੇ ਹੈ, ਉੱਥੇ ਬਹਿ ਕੇ ਹੀ ਸਭ ਕੁਛ ਦੇਖੀ ਜਾਂਦਾ ਹੈ। ਇਹਨਾਂ 6 ਸ਼ਾਸਤਰਾਂ ਦੇ ਜੋ ਪ੍ਰਮਾਣ ਨੇ ਵੱਖੋ ਵੱਖਰੇ ਨੇ। ਜਿਵੇਂ ਨਿਆਇਕ ਇੱਕ ਦੇਸ਼ੀ ਹਨ, ਦੀਵੇ ਦੀ ਤਰ੍ਹਾਂ ਜਾਤੀ ਆਕਾਸ਼ ਪ੍ਰਮਾਣੂਆਂ ਨੂੰ ਸੱਤ ਮੰਨਦੇ ਹਨ ਕਿ ਜਿਵੇਂ ਇੱਕ ਕਮਰੇ 'ਚ ਦੀਵਾ ਰੱਖ ਦਈਏ ਅਤੇ ਦੀਵੇ ਦਾ ਪ੍ਰਕਾਸ਼ ਸਾਰੇ ਕਮਰੇ ਵਿੱਚ ਹੋ ਜਾਂਦਾ ਹੈ। ਐਸੇ ਤਰ੍ਹਾਂ ਪਰਮਾਤਮਾ ਇੱਕ ਜਗ੍ਹਾ ਹੈ ਅਤੇ ਇੱਕ ਜਗ੍ਹਾ ਬੈਠਾ ਹੀ ਉਹ ਸਭ ਕੁਝ ਉਹ ਦੇਖੀ ਜਾਂਦਾ ਹੈ, ਕਰੀ ਜਾਂਦਾ ਹੈ। ਪਰ ਜੇ ਗੁੱਠੇ ਵਿੱਚ ਖੁਰਕ ਹੋਵੇ ਤਾਂ ਸਿਰ ਵਿੱਚੋਂ ਉਤਰ ਕੇ ਨਹੀਂ ਆਉਂਦਾ। ਉਹ ਸਾਰੇ ਵਿਆਪਕ ਹੈ ਪਰਮਾਤਮਾ। ਜੋ ਜੈਨੀ ਮੱਧਮ ਪ੍ਰਮਾਣ ਵਾਲਾ ਮੰਨਦੇ ਨੇ, ਕਹਿੰਦੇ ਪਰਮਾਤਮਾ ਸਰੀਰ ਜਿੱਡਾ ਹੈ। ਪਰ ਜੇਕਰ ਹਾਥੀ ਵਾਲਾ ਚੇਤਨ ਕੀੜੀ ਵਿੱਚ ਪਾ ਦਈਏ ਤਾਂ ਪਾਸੇ ਲਮਕਦਾ ਰਹੇਗਾ। ਜੇ ਕੀੜੀ ਵਾਲਾ ਹਾਥੀ ਵਿੱਚ ਪਾ ਦਈਏ ਤਾਂ ਇੱਕ ਪਾਸੇ ਹੀ ਕੋਨੇ 'ਚ ਰਹੇਗਾ। ਪਰ ਉਹ ਚੇਤਨ ਹੈ ਤਾਂ ਆਕਾਸ਼ਵਤ ਸਰਬ ਵਿਆਪੀ ਹੈ ਪਰਮਾਤਮਾ। ਉਹ ਇੱਕ ਥਾਂ 'ਤੇ ਨਹੀਂ ਹੈ। ਘਟ ਘਟ ਮੈਂ ਹਰ ਜੂ ਵਸੈ। ਉਹ ਸਾਰੀਆਂ ਘਟਾਂ ਵਿੱਚ ਵਿਆਪਕ ਹੈ, ਵਸਦਾ ਹੈ। ਜਦੋਂ ਮਾਇਆ ਸਬਲ ਹੋ ਕੇ ਪਰਮਾਤਮਾ ਜੋ ਸ੍ਰਿਸ਼ਟੀ ਰਚਦਾ ਹੈ ਤਾਂ ਮਟਾ ਆਕਾਸ਼ ਹੈ। ਅੰਤঃਕਰਨ ਅੰਦਰ ਪਰਮਾਤਮਾ ਘਟਾਕਾਸ਼ ਹੈ। ਜਿਵੇਂ ਪਰਮਾਤਮਾ ਹੈ ਤਾਂ ਇੱਕ, ਜਦੋਂ ਪਾਣੀ ਦੇ ਘੜੇ ਭਰ ਕੇ ਰੱਖ ਦਈਏ ਤਾਂ ਘੜਿਆਂ ਵਿੱਚ ਵੱਖੋ ਵੱਖਰਾ ਆਕਾਸ਼ ਆਪਾਂ ਨੂੰ ਨਜ਼ਰ ਆਉਂਦਾ ਹੈ। ਪਰਮਾਤਮਾ ਹੈ ਤਾਂ ਇੱਕ, ਪਰ ਕਿਸੇ ਵਿੱਚ ਰਜੋਗੁਣ ਕਰਕੇ, ਕਿਸੇ ਵਿੱਚ ਤਮੋ ਕਰਕੇ, ਕਿਸੇ ਵਿੱਚ ਸ਼ਾਂਤਕੀ ਕਰਕੇ ਉਹ ਵੱਖੋ ਵੱਖਰਾ ਨਜ਼ਰ ਆਉਂਦਾ ਹੈ। ਪਰ ਪਰਮਾਤਮਾ ਹੈ ਇੱਕ। ਇੱਕ ਹੁੰਦਾ ਹੋਇਆ ਵੀ ਸਰਬ ਪਾਸੇ ਉਹ ਵਿਆਪਕ ਹੈ। ਸਾਰਿਆਂ ਵਿੱਚ ਪਰਮਾਤਮਾ ਵਿਆਪ ਰਿਹਾ ਹੈ। ਉਹ ਵਿਸ਼ੇਸ਼ ਕਰਕੇ ਸਾਰਿਆਂ ਵਿੱਚ ਵਸਦਾ ਹੈ। ਅਜਬ ਸਰੂਪ ਹੈ। ਉਹ ਸਾਰਿਆਂ ਵਿੱਚ ਚੇਤਨ ਸੱਤਾ ਦੇਣ ਵਾਲਾ ਹੈ ਜੋ ਪਰਮਾਤਮਾ ਹੈ। ਸਾਰਿਆਂ ਵਿੱਚ ਚੇਤਨ ਸੱਤਾ ਪਰਮਾਤਮਾ ਦੀ ਹੈ ਕਿ ਅਮਿਤੋ ਸੋ ਬਾਸ ਹੈ। ਸੋ ਭਲੀ ਪ੍ਰਕਾਸ਼ ਬਸਦਾ ਹੈ। ਸਾਰਿਆਂ ਵਿੱਚ ਚੇਤਨ ਸੱਤਾ ਦੇਣ ਵਾਲਾ ਹੈ ਕਿ ਅਜਬ ਸਰੂਪ ਹੈ। ਕਿ ਉਹ ਕੈਸਾ ਸਰੂਪ ਹੈ, ਉਹ ਚਰਜ ਸਰੂਪ ਹੈ, ਕਿਹਾ ਨਹੀਂ ਜਾਂਦਾ। ਅਮਿਤੋ ਬੈਭੂਤ ਹੈ। ਜਿਹੜੀ ਉਸਦੀ ਵਿਭੂਤੀ ਹੈ, ਉਸਦੇ ਖਜ਼ਾਨੇ ਨੇ, ਸ਼ੁਭ ਗੁਣਾਂ ਦੀ ਵਿਭੂਤੀ ਹੈ। ਉਹ ਮਿਣਤੀ ਤੋਂ ਰਹਿਤ ਹੈ, ਮਿਣਨ ਤੋਂ ਰਹਿਤ ਹੈ। ਅਮਿਤੋ ਪਸਾ ਹੈ। ਕਿ ਅਮਿਤੋ ਵਿਭੂਤ ਹੈ। ਸਾਰੀਆਂ ਰਿੱਧੀਆਂ ਸਿੱਧੀਆਂ ਰੂਪ ਵਿਭੂਤੀ ਉਹ ਪਰਮਾਤਮਾ ਦੇ ਕੋਲ ਹੈ ਕਿ ਅਮਿਤੋ ਵਿਭੂਤ ਹੈ। ਉਹ ਮਿਣੀਆਂ ਨਹੀਂ ਜਾ ਸਕਦੀਆਂ, ਮਿਣਤੀ ਤੋਂ ਰਹਿਤ ਹੈ। ਅਮਿਤੋ ਪਸਾ ਹੈ। ਸਾਰੇ ਪਸਾਰੇ ਦੀ ਪਸਾ ਕਿ ਅਮਿਤੋ ਪਸਾ ਹੈ। ਸਾ ਸੰਸਾਰ ਦਾ ਜਿੰਨਾ ਵੀ ਪਸਾਰਾ ਹੈ ਉਹਦੀ ਅਮਿਤੋ ਮਰਿਆਦਾ ਤੋਂ ਆਪ ਜੀ ਪਰੇ ਹੋ। ਪਸਾ ਦੇਖਣ ਦੀ ਮਰਿਆਦਾ ਤੋਂ ਆਪ ਜੀ ਪਰੇ ਹੋ। ਆਪ ਦੀ ਕੋਈ ਦਾਤ ਦੀ ਮਿਣਤੀ ਨਹੀਂ, ਗਿਣਤੀ ਨਹੀਂ ਕਰ ਸਕਦਾ, ਮਿਣਤੀ ਨਹੀਂ ਕਰ ਸਕਦਾ ਕਿ ਆਪ ਜੀ ਨੇ ਕਿੰਨੀ ਹੀ ਦਾਤਾਂ ਦਿੱਤੀਆਂ ਨੇ। ਗੁਰਬਾਣੀ ਕਹਿੰਦੀ ਹੈ, ਦੇਦਾ ਦੇ ਲੈਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜਿੰਨੀ ਵੀ ਸੰਸਾਰ ਵਿੱਚ ਦਾਤਾਂ ਦਿਸਦੀਆਂ ਨੇ
ਆਪਾਂ ਉਹਦਾ ਕੋਈ ਅੰਤ ਨਹੀਂ ਪਾ ਸਕਦੇ ਕਿ ਪਰਮਾਤਮਾ ਨੇ ਇੰਨੀ ਦਾਤ ਦਿੱਤੀ ਹੈ। ਪਰਮਾਤਮਾ ਦੀ ਦਿੱਤੀ ਦਾਤਾਂ ਦੀ ਆਪਾਂ ਮਿਣਤੀ ਨਹੀਂ ਕਰ ਸਕਦੇ। ਜਿੰਨਾ ਵੀ ਪਸਾਰਾ ਹੈ, ਜਿਵੇਂ ਸਾਗਰ ਹੈ, ਸਾਗਰ ਦੀ ਕੋਈ ਮਿਣਤੀ ਕਰ ਲਵੇਗਾ ਕਿ ਸਾਗਰ ਦੀ ਕਿੰਨੀ ਚੌੜਾਈ ਹੈ, ਕਿੰਨੀ ਲੰਬਾਈ ਹੈ, ਅੰਦਾਜ਼ਾ ਤੇ ਲਗਾ ਸਕਦੇ ਨੇ, ਪਰ ਪੂਰਨ ਤੌਰ 'ਤੇ ਦੱਸ ਨਹੀਂ ਸਕਦੇ। ਜੋ ਪਰਮਾਤਮਾ ਦਾ ਕਿੱਡਾ ਪਸਾਰਾ ਹੈ, ਕਿੱਡੇ ਦਰਖਤ ਨੇ, ਕਿੰਨੀ ਬਨਸਪਤੀ ਹੈ, ਕਿੰਨੇ ਸਾਗਰ ਨੇ, ਕਿੰਨੇ ਪਦਾਰਥ ਨੇ, ਕਿੰਨੇ ਜੀਵ ਜੰਤ ਸਾਜੇ ਨੇ, ਸਾਰਾ ਜਿੰਨਾ ਵੀ ਪਸਾਰਾ ਹੈ ਕਿ ਅਮਿੱਤੋ ਪਸਾਹ ਹੈ। ਉਹ ਪਸਾਰਾ ਮਿਣਤੀ ਤੋਂ ਰਹਿਤ ਹੈ ਕਿ ਅਮਿੱਤੋ ਪਸਾਹ ਹੈ। ਪ੍ਰਸੰਨ ਹੋ ਕੇ ਆਪ ਜੀ ਦਾਤ ਦਿੰਦੇ ਹੋ। ਆਤਮ ਪ੍ਰਭਾ ਹੈ, ਆਪਣੇ ਆਤਮਾ ਦੀ ਸ਼ੋਭਾ ਵਾਲਾ ਹੈ ਕਿ ਆਤਮ ਪ੍ਰਭਾ ਹੈ, ਆਪਣਾ ਆਪ ਰੂਪ ਹੈ। ਸਦਾ ਰਹਿਣ ਵਾਲੇ ਹੋ, ਸ਼ੋਭਾ ਦੇਣ ਵਾਲੇ ਹੋ ਆਪ ਜੀ। ਸਾਰਿਆਂ ਨੂੰ ਸ਼ੋਭਾ ਦੇਣ ਵਾਲੇ ਵੀ ਆਪ ਜੀ ਹੋ। ਜੋ ਪ੍ਰਕਾਸ਼ ਵਾਲੀ ਸ਼ੋਭਾ ਵਾਲਾ ਆਪ ਜੀ ਹੈ, ਅਤਿਸ਼ੈ ਕਰਕੇ ਬਹੁਤੀ ਸ਼ੋਭਾ ਵਾਲਾ ਹੈ। ਆਪਣਾ ਆਪ ਸਰੂਪ ਤੁਸੀਂ ਆਪ ਹੀ ਹੋ ਅਚਲੰ ਅਨੰਗ ਹੈ, ਕਿ ਅਚਲੰ ਅਨੰਗ ਹੈ। ਅਚਲੰ ਚਲਾਏ ਮਾਨ ਤੋਂ ਰਹਿਤ, ਕਿ ਜੋ ਤੂੰ ਚਲਾਏ ਮਾਨ ਤੋਂ ਆਪ ਜੀ ਰਹਿਤ ਹੋ। ਅਨੰਗ ਹੈ, ਅਨੰਗ ਕਹਿੰਦੇ ਨੇ ਸੁੰਦਰ ਨੂੰ। ਆਪ ਜੀ ਸੁੰਦਰ ਹੋ, ਸੁੰਦਰ ਸਰੂਪ ਵਾਲੇ ਹੋ। ਅਨ ਅੰਗ, ਆਪ ਜੀ ਅੰਗਾਂ ਤੋਂ ਰਹਿਤ ਹੋ। ਆਪ ਜੀ ਦਾ ਕੋਈ ਸਰੀਰ ਨਹੀਂ ਹੈ, ਆਪ ਜੀ ਦੇਹਾਂ ਤੋਂ ਰਹਿਤ ਹੋ। ਅੱਗੇ ਨੰਗ, ਨੰਗ ਕਹਿੰਦੇ ਨੇ ਕੰਗਾਲਤਾਈ। ਆਪ ਜੀ ਅਨੰਗ ਹੋ, ਕੰਗਾਲਤਾਈ ਤੋਂ ਆਪ ਜੀ ਰਹਿਤ ਹੋ। ਅੰਗਾਂ ਆਦਿਕਾਂ ਤੋਂ ਆਪ ਜੀ ਰਹਿਤ ਹੋ। ਆਪ ਜੀ ਸੁੰਦਰ ਸਰੂਪ ਹੋ, ਸਰਬ ਵਿਆਪਕ ਹੋ। ਅਮਿਤੋ ਅਭੰਗ ਹੈ, ਕਿ ਅਮਿਤੋ ਅਭੰਗ ਹੈ। ਮਰਿਆਦਾ ਤੋਂ ਆਪ ਜੀ ਪਰੇ ਹੋ। ਅਭੰਗ ਨਾਸ਼ ਹੋਣ ਤੋਂ, ਕੱਟਣ ਤੋਂ ਰਹਿਤ ਹੋ। ਮਦ ਭਾਰ ਸੰਤ ਤਵੈ ਪ੍ਰਸਾਦ, ਛੰਦ ਦਾ ਨਾਮ ਮਦ ਭਾਰ ਹੈ। ਕਲਗੀਧਰ ਪਿਤਾ ਕਹਿੰਦੇ, ਹੈ ਅਕਾਲ ਪੁਰਖ ਤਵ ਪ੍ਰਸਾਦ, ਤੇਰੀ ਕਿਰਪਾ ਸੇ ਵਰਣਨ ਕਰਨ ਲੱਗਾ ਹਾਂ। ਮਨ ਮਨ ਪ੍ਰਣਾਮ, ਆਪਣੇ ਮਨ ਕਰਕੇ ਨਮਸਕਾਰ ਕਰਦੇ ਹਨ ਸ਼੍ਰੋਮਣੀ ਮੁਨੀ। ਮਨ ਮਨ ਪ੍ਰਣਾਮ, ਮਨ ਦਾ ਅਰਥ ਹੈ ਮਮੇ ਨੂੰ ਔਂਕੜ ਤੇ ਨੰਨੇ ਨੂੰ ਸਿਹਾਰੀ ਮੁਨ। ਜਿਹੜਾ ਦੁੱਖ ਕਰਕੇ ਕਦੇ ਵਿਆਕੁਲ ਨਾ ਹੋਵੇ, ਜਿਹੜਾ ਦੁੱਖਾਂ ਵਿੱਚ ਜਦੋਂ ਦੁੱਖ ਆਵੇ ਤਾਂ ਘਬਰਾਵੇ ਨਾ, ਉਹਨੂੰ ਕਹਿੰਦੇ ਨੇ ਮੁਨੀ, ਉਹਨੂੰ ਕਹਿੰਦੇ ਨੇ ਸਾਧ, ਉਹਨੂੰ ਕਹਿੰਦੇ ਨੇ ਰਿਖੀ। ਜਿਹੜਾ ਦੁੱਖ ਕਰਕੇ ਕਦੇ ਵਿਆਕੁਲ ਨਾ ਹੋਵੇ। ਮਨ ਮਨ ਪ੍ਰਣਾਮ, ਸਾਰੇ ਸ਼੍ਰੋਮਣੀ ਜੋ ਮੁਨੀ ਨੇ, ਜੋ ਸਾਧ ਨੇ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ, ਉਹ ਸਾਰੇ ਤੈਨੂੰ ਨਮਸਕਾਰਾਂ ਕਰਦੇ ਨੇ। ਹੇ ਪਿਆਰੇ ਮੁਨੀ, ਜੋ ਮੁਨਣਸ਼ੀਲ ਹੈ, ਜੋ ਸੀਲ ਸੁਭਾਅ ਵਾਲਾ ਹੈ, ਇਹ ਸਾਰੇ ਤੈਨੂੰ ਨਮਸਕਾਰਾਂ ਕਰਦੇ ਨੇ ਤੇ ਮਨੀ ਆਪ ਦਾ ਮੰਨਣ ਕਰਦੇ ਨੇ। ਮਨ ਮਨ ਪ੍ਰਣਾਮ, ਸਾਰੇ ਆਪ ਜੀ ਨੂੰ ਮੰਨਦੇ ਨੇ, ਆਪ ਜੀ ਮੰਨਣ ਯੋਗ ਹੋ। ਗੁਣ ਗਨ ਮੁਦਾਮ, ਗਨ ਕਹਿੰਦੇ ਨੇ ਸਮੂਹ ਨੂੰ। ਆਪ ਜੀ ਗਨ ਸਮੂਹ ਗੁਣ, ਮੁਦਾਮ ਹਮੇਸ਼ਾ ਰਹਿੰਦੇ ਹੋ। ਤੇ ਗੁਣ ਨਾਮ ਵਿਸ਼ਿਆਂ ਦਾ ਵੀ ਹੈ। ਗਨ ਸਮੂਹ ਵਿਸ਼ਿਆਂ ਤਾਈ ਆਪ ਗਿਆਨ ਨਾਲ ਨਸ਼ਟ ਕਰ ਦਿੰਦੇ ਹੋ। ਗੁਣ ਗਨ ਮੁਦਾਮ, ਮੁਦਾਮ ਹਮੇਸ਼ਾ ਗੁਣ ਗਾਉਂਦੇ ਹਨ। ਅਰਬਰ ਅਗੰਜ, ਅਰ ਬਰ ਅਗੰਜ, ਅਰ ਕਹਿੰਦੇ ਨੇ ਬੈਰੀ, ਬਰ ਕਹਿੰਦੇ ਨੇ ਬਲ ਵਾਲੇ। ਬਲ ਵਾਲੇ ਬੈਰੀਆਂ ਨੂੰ ਤੂੰ ਕੱਟਦਾ ਹੈ। ਅਗੰਜ, ਗੰਜ ਕਹਿੰਦੇ ਕੱਟਦਾ ਹੈ। ਤੇ ਆਪ ਤੂੰ ਅਗੰਜ ਹੈ, ਆਪ ਤੂੰ ਕੱਟਣ ਤੋਂ ਰਹਿਤ ਹੈ। ਅਰ ਜੋ ਦੁਸ਼ਮਣ ਨੇ, ਬਰ ਜੋ ਬਲਵਾਨ ਨੇ, ਉਹਨਾਂ ਤੋਂ ਕੱਟਿਆ ਨਹੀਂ ਜਾਂਦਾ। ਭਾਵੇਂ ਜਿੱਡਾ ਮਰਜੀ ਕੋਈ ਸੰਸਾਰ ਦਾ ਯੋਧਾ ਹੋਵੇ, ਆਪ ਨੂੰ ਕੱਟ ਨਹੀਂ ਸਕਦਾ। ਹੰਕਾਰ ਕਰਕੇ ਵੀ ਆਪ ਜੀ ਕੱਟੇ ਨਹੀਂ ਜਾਂਦੇ। ਹਰ ਨਰ ਪ੍ਰਭੰਜ, ਹਰ ਨਰ ਪ੍ਰਭੰਜ, ਹਰੇਕ ਪੁਰਸ਼ ਤਾਈਂ ਪਰ ਵਿਸ਼ੇਸ਼ ਕਰਕੇ ਭੰਨਣ ਵਾਲੇ ਹੋ। ਤੇ ਆਪ ਅਗੰਜ ਹੈ, ਆਪ ਪੁਰਸ਼ਾਂ ਕਰਕੇ ਅਗੰਜ ਹੈ। ਪ੍ਰਭੰਜ ਪਰੇ ਹੈ ਭੰਨਣ ਤੋਂ। ਪ੍ਰਭੰਜ ਕਹਿੰਦੇ ਨੇ ਪਰ ਪਰੇ ਹੈ
ਪੰਜ ਭੰਨਣ ਤੋਂ ਕੱਟਣ ਤੋਂ ਆਪ ਜੀ ਰਹਿਤ ਹੋ, ਪਰੇ ਹੋ। ਆਪ ਜੀ ਨੂੰ ਕੋਈ ਕੱਟ ਨਹੀਂ ਸਕਦਾ, ਕੋਈ ਭੰਨ ਨਹੀਂ ਸਕਦਾ। ਸਗੋਂ ਆਪ ਜੀ ਨਰ ਹਰ, ਆਪ ਜੀ ਨੇ ਨਰਸਿੰਘ ਰੂਪ ਹੋ ਕੇ ਹਰਨਾਕਸ਼ ਨੂੰ ਭੰਨਿਆ ਹੈ। ਨਾਰਸਿੰਘ ਰੂਪ ਹੋ ਕੇ ਸਭ ਨੂੰ ਆਪ ਜੀ ਭੰਨਣ ਵਾਲੇ ਹੋ। ਹਰੀ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ। ਹਰ ਜੋ ਮਨ ਨੂੰ ਹਰਨ ਵਾਲਾ ਹੈ। ਹਰੀ ਜੋ ਨਰ ਨਿਯੰਤਾ ਰੂਪ ਹੈ। ਨਿਯੰਤਾ ਕਹਿੰਦੇ ਨੇ ਪ੍ਰੇਰਕ ਨੂੰ, ਜੋ ਸਾਰਿਆਂ ਨੂੰ ਪ੍ਰੇਰਦਾ ਹੈ, ਜੋ ਪ੍ਰੇਰਨਾ ਦਿੰਦਾ ਹੈ। ਉਸ ਦੀ ਪ੍ਰਭਾ ਸੋਭਾ ਬਹੁਤ ਹੈ। ਪ੍ਰਭਾ ਜੈ ਉਤਪਤ ਹੋ ਰਹੀ ਹੈ। ਪ੍ਰਭਾ ਪ੍ਰਭੰਜ ਪਪੇ ਦੇ ਪੈਰ ਚਰਾਰਾ ਤੇ ਭੱਬਾ, ਇੱਥੋਂ ਅਰਥ ਕੱਢਿਆ ਹੈ ਪ੍ਰਭਾ, ਤੇ ਉਸ ਤੋਂ ਬਾਅਦ ਜੱਜੀ ਅੱਖਰ ਤੋਂ ਲਿਆ ਹੈ ਜੈ, ਕਿ ਆਪ ਜੀ ਦੀ ਜੋ ਸੋਭਾ ਹੈ, ਪ੍ਰਭਾ ਹੈ, ਉਹ ਸਾਰੇ ਜੈ ਉਤਪੰਨ ਹੋ ਰਹੀ ਹੈ, ਉਤਪਤ ਹੋ ਰਹੀ ਹੈ। ਅਨਗਨ ਪ੍ਰਣਾਮ, ਅਣਗਿਣਤ ਹੀ ਆਪ ਨੂੰ ਨਮਸਕਾਰਾਂ ਕਰਦੇ ਨੇ। ਆਨ ਨਿਰੰਤਰ ਗਾਨ ਵਿਚਾਰੀ ਦਾ ਹੈ, ਪਰੇ ਹੈ ਨਾਮਾਂ ਤੋਂ। ਨਾਮ ਆਦਿਕਾਂ ਤੋਂ ਆਪ ਜੀ ਪਰੇ ਹੋ, ਮਿਣਤੀ ਤੋਂ ਰਹਿਤ ਹੋ। ਜਗਤ ਆਪ ਨੂੰ ਨਮਸਕਾਰਾਂ ਕਰਦਾ ਹੈ। ਮਨ ਮਨ ਸਲਾਮ, ਮਨ ਮਨ ਸਲਾਮ, ਮੁਨੀਆਂ ਦੇ ਮਨਾਂ ਵਿੱਚ ਆਪ ਜੀ ਟਿਕਾਣਾ ਕਰਦੇ ਹੋ। ਸਾਰੇ ਮੁਨੀ ਸਾਰੇ ਸਾਧ ਆਪ ਜੀ ਨੂੰ ਮੰਨਦੇ ਹਨ। ਸਲਾਮ ਆਪ ਜੀ ਨੂੰ ਨਮਸਕਾਰਾਂ ਕਰਦੇ ਹਨ। ਆਪ ਜੀ ਸਲਾਮ ਅਸਥਿਤ ਰਹਿਣ ਵਾਲੇ ਹੋ। ਹਰ ਨਰ ਅਖੰਡ, ਅਨੇਕ ਨਰਾਂ ਵਿੱਚ ਖੰਡਣ ਤੋਂ ਰਹਿਤ ਇੱਕ ਰਸ ਹੈ, ਕੋਈ ਖੰਡ ਨਹੀਂ ਸਕਦਾ। ਤੇਰੀ ਦੇਹ ਦੇ ਟੁਕੜੇ ਨਹੀਂ ਹੋ ਸਕਦੇ। ਸਭ ਦੇ ਨਿਯੰਤਾ ਹੋ, ਪ੍ਰੇਰਕ ਹੋ। ਬਰ ਨਰ ਅਮੰਡ, ਬਰ ਨਰ ਅਮੰਡ, ਬਰ ਕਹਿੰਦੇ ਨੇ ਬਲ ਨੂੰ, ਆਪ ਜੀ ਬਲ ਵਾਲੇ ਹੋ। ਨਰ ਨਿਯੰਤਾ ਹੋ, ਸਾਰਿਆਂ ਦੇ ਆਪ ਜੀ ਪ੍ਰੇਰਕ ਹੋ। ਆਪ ਕਿਸੇ ਤੋਂ ਅਮੰਡ, ਮੰਡਣ ਭਾਵ ਰਚਣ ਤੋਂ ਰਹਿਤ ਹੋ, ਤੇ ਸਰਬ ਵਿੱਚ ਆ ਵਿਸ਼ੇਸ਼ ਕਰਕੇ ਰਚਣ ਵਾਲੇ ਹੋ ਸਾਰਿਆਂ ਨੂੰ। ਬਲ ਰਾਜਿਆਂ ਨੂੰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲੇ ਹੋ। ਬਲ ਜਿਹੜੇ ਬਲ ਵਾਲੇ ਰਾਜੇ ਨੇ, ਉਹਨਾਂ ਨੂੰ ਵੀ ਆਪ ਜੀ ਨਾਸ਼ ਕਰਨ ਵਾਲੇ ਹੋ। ਵਰ ਕਹਿੰਦੇ ਨੇ ਬਲ ਦਿੰਦੇ ਹੋ, ਆਪ ਜੀ ਵਰ ਦਿੰਦੇ ਹੋ। ਨਰ ਨਿਯੰਤਾ ਰੂਪ ਹੋ। ਅਮੰਡ ਕੋਈ ਤੈਨੂੰ ਰਚਣ ਵਾਲਾ ਨਹੀਂ ਹੈ। ਤੇਰਾ ਕੋਈ ਮਾਤਾ ਪਿਤਾ ਨਹੀਂ ਜਿਹੜਾ ਤੇਰੀ ਰਚਨਾ ਕਰ ਸਕੇ, ਤੈਨੂੰ ਪੈਦਾ ਕਰ ਸਕੇ। ਨਰਾਂ ਦੇ ਬਲ ਕਰਕੇ ਭੂਸ਼ਿਤ ਹੋਣ ਤੋਂ ਰਹਿਤ ਹੋ। ਮੰਡ ਕਹਿੰਦੇ ਨੇ ਸ਼ਿੰਗਾਰਨਾ। ਕਾਹਨ ਸਿੰਘ ਨਾਭਾ ਨੇ ਮੰਡ ਦਾ ਅਰਥ ਕੀਤਾ ਹੈ ਗਹਿਣੇ ਕਰਕੇ ਸ਼ਿੰਗਾਰਨਾ ਜਾਂ ਸ਼ਿੰਗਾਰ ਕਰਨਾ। ਪਰ ਆਪ ਜੀ ਨੂੰ ਕੋਈ ਸ਼ਿੰਗਾਰ ਦਾ ਨਹੀਂ ਹੈ। ਆਪ ਜੀ ਦਾ ਕੋਈ ਸ਼ਿੰਗਾਰ ਨਹੀਂ ਕਰ ਸਕਦਾ, ਬਲਕਿ ਸਾਰਿਆਂ ਨੂੰ ਸ਼ਿੰਗਾਰਨ ਵਾਲੇ, ਪੂਰੀ ਸ੍ਰਿਸ਼ਟੀ ਨੂੰ ਸ਼ਿੰਗਾਰਨ ਵਾਲੇ, ਸਾਰੀ ਸ੍ਰਿਸ਼ਟੀ ਦਾ ਸ਼ਿੰਗਾਰ ਕਰਨ ਵਾਲੇ, ਦੇਹਾਂ ਦਾ ਸ਼ਿੰਗਾਰ ਕਰਨ ਵਾਲੇ ਆਪ ਜੀ ਹੋ। ਆਪ ਜੀ ਸਾਰਿਆਂ ਦਾ ਸ਼ਿੰਗਾਰ ਕਰਨ ਵਾਲੇ ਹੋ। ਆਪ ਜੀ ਮੰਡ ਤਾਈ ਤੋਂ ਰਹਿਤ ਹੋ, ਭਾਵ ਕਿ ਆਪ ਦਾ ਕੋਈ ਸ਼ਿੰਗਾਰ ਨਹੀਂ ਕਰ ਸਕਦਾ। ਆਪ ਜੀ ਸਾਰਿਆਂ ਨੂੰ ਸਾਜਣ ਵਾਲੇ ਹੋ। ਅਨਭਵ ਅਨਾਸ, ਅਨਭਵ ਅਨਾਸ, ਆਪ ਜੀ ਭੈ ਤੋਂ ਰਹਿਤ ਹੋ। ਅਨਾਸ ਨਾਸ ਤੋਂ ਰਹਿਤ ਹੋ। ਮਨ ਮਨ ਪ੍ਰਕਾਸ਼, ਮੁਨੀਆਂ ਦੇ ਮਨਾਂ ਵਿੱਚ ਆਪ ਜੀ ਪ੍ਰਕਾਸ਼ ਹੋ ਰਹੇ ਹੋ। ਸਾਰੇ ਆਪ ਜੀ ਨੂੰ ਮੰਨਦੇ ਹਨ। ਜੋ ਸ਼੍ਰੋਮਣੀ ਹੈ ਉਹ ਸਾਰੇ ਸੱਚੇ ਪਾਤਸ਼ਾਹ ਜੀਓ ਤੂੰ ਸ਼੍ਰੋਮਣੀ ਹੈ, ਤੇਰੇ ਕਰਕੇ ਸਾਰੇ ਪ੍ਰਕਾਸ਼ ਹੋ ਰਹੇ ਹਨ। ਤੂੰ ਪ੍ਰਕਾਸ਼ ਰੂਪ ਹੈ। ਜਿਹੜੇ ਮੁਨੀ ਨੇ, ਇਹਨਾਂ ਦੇ ਮਨ ਅੰਦਰ ਵੀ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਪਰਮਾਤਮਾ ਤੂੰ ਹੀ ਹੈ। ਮਨ ਮਨ ਪ੍ਰਕਾਸ਼, ਮੁਨੀਆਂ ਦੇ ਮਨਾਂ ਵਿੱਚ ਪ੍ਰਕਾਸ਼ ਕਰਨ ਵਾਲਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਵੀ ਤੂੰ ਹੀ ਹੈ। ਸਾਰਿਆਂ ਪੁਰਸ਼ਾਂ ਵਿੱਚ ਸ਼੍ਰੋਮਣੀ ਤੂੰ ਹੈ, ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਗੁਣ ਗਨ ਪ੍ਰਣਾਮ, ਗਨ ਕਹਿੰਦੇ ਨੇ ਸਮੂਹ ਨੂੰ, ਗੁਣ ਸਾਰੇ ਤੇਰੇ ਗੁਣਾਂ ਨੂੰ ਨਮਸਕਾਰ ਕਰਦੇ ਨੇ। ਸਾਰੇ ਤੈਨੂੰ ਨਮਸਕਾਰਾਂ ਕਰਦੇ ਨੇ। ਗੁਣਗਨ ਪ੍ਰਣਾਮ, ਸਾਰੇ ਹੀ ਗੁਣ ਆਪ ਜੀ ਦੇ ਅੰਦਰ ਹਨ। ਆਪ ਜੀ ਸਾਰਿਆਂ ਨੂੰ ਗੁਣ ਬਖਸ਼ਣ ਵਾਲੇ ਹੋ। ਗੁਣਗਨ ਪ੍ਰਣਾਮ, ਸਾਰੇ ਆਪ ਜੀ ਨੂੰ ਪ੍ਰਣਾਮ ਮੱਥਾ ਟੇਕਦੇ ਹਨ। ਜਿਹੜੇ ਭਗਤ ਤੇਰੇ ਗੁਣ ਗਾਉਂਦੇ ਹਨ,
ਜਿਹੜੇ ਤੇਰੀ ਭਗਤੀ ਕਰਦੇ ਹਨ ਉਹਨਾਂ ਵਿੱਚ ਤੂੰ ਵੀ ਗੁਣ ਭਰਨ ਵਾਲਾ ਹੈ। ਗੁਣ ਗਨ ਪ੍ਰਣਾਮ। ਫਿਰ ਉਹਨਾਂ ਭਗਤਾਂ ਨੂੰ ਵੀ ਸਾਰੇ ਨਮਸਕਾਰਾਂ ਕਰਦੇ ਹਨ। ਐਸਾ ਤੂੰ ਸਰੂਪ ਹੈ। ਜਲ ਥਲ ਮੁਦਾਮ। ਗੁਣ ਗਨ ਪ੍ਰਣਾਮ। ਗੁਣ ਵਿਸ਼ਿਆਂ ਨੂੰ ਵੀ ਕਹਿੰਦੇ ਨੇ, ਤੇ ਗਾਨ ਜੋ ਸਮੂਹ ਵਿਸ਼ੇ ਨੇ, ਜਿਹੜੇ ਤੇਰੇ ਭਗਤੀ ਕਰਦੇ ਨੇ ਤੂੰ ਉਹਨਾਂ ਨੂੰ ਵਿਸ਼ਿਆਂ ਤੋਂ ਪਰੇ ਵੀ ਕਰ ਦਿੰਦਾ ਹੈ। ਆਪ ਤੂੰ ਵਿਸ਼ਿਆਂ ਤੋਂ ਰਹਿਤ ਹੈ, ਪਰੇ ਹੈ ਨਾਮ, ਪਰੇ ਹੈ ਆਪ ਜੀ ਦਾ ਕੋਈ ਨਾਮ ਨਹੀਂ ਹੈ। ਨਾਮਾ ਆਦਿਕ ਤੋਂ ਆਪ ਜੀ ਪਰੇ ਹੋ। ਤੇ ਗੁਣ ਗਨ ਜੋ ਸਮੂਹ ਗੁਣ ਨੇ, ਵਿਸ਼ੇ ਨੇ, ਉਹਨਾਂ ਤੋਂ ਆਪ ਜੀ ਪਰੇ ਕਰ ਦਿੰਦੇ ਹੋ ਆਪਣੇ ਭਗਤਾਂ ਨੂੰ। ਆਪ ਜੀ ਆਪਣੇ ਭਗਤਾਂ ਦੇ ਹਿਰਦਿਆਂ ਵਿੱਚੋਂ ਵਿਸ਼ੇ ਦਾ ਫੁਰਨਾ ਮੇਟ ਦਿੰਦੇ ਹੋ। ਜਿਵੇਂ ਭਾਈ ਜੋਗਾ ਸਿੰਘ ਦੇ ਮਨ ਵਿੱਚ ਜਦੋਂ ਬੇਕਾਰ ਦਾ ਫੁਰਨਾ ਉੱਠਿਆ ਤਾਂ ਆਪ ਤੁਸੀਂ ਉਹ ਫੁਰਨਾ ਕਿਰਪਾ ਕਰਕੇ ਮੇਟ ਦਿੱਤਾ। ਆਪ ਜੀ ਐਸੇ ਹੋ। ਆਪ ਜੀ ਨੂੰ ਨਮਸਕਾਰ ਹੈ। ਜਲ ਥਲ ਮੁਦਾਮ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਜਲਾ ਥਲਾਂ ਵਿੱਚ ਹਮੇਸ਼ਾ ਰਹਿਣ ਵਾਲੇ ਹੋ। ਜਿੰਨੇ ਵੀ ਜਲਾ ਥਲਾਂ ਵਿੱਚ ਜੀਵ ਨੇ ਉਹਨਾਂ ਅੰਦਰ ਆਪ ਜੀ ਰਹਿਣ ਵਾਲੇ ਹੋ। ਉੱਤਮ ਮੱਧਮ ਅਧਿਕਾਰੀ ਜੋ ਨੇ ਉਹਨਾਂ ਵਿੱਚ ਤੁਸੀਂ ਰਹਿਣ ਵਾਲੇ ਹੋ। ਅਨਸਿਜ ਅੰਗ। ਅਨਸਿਜ ਅੰਗ। ਛਿਜਣ ਤੋਂ ਰਹਿਤ ਆਪ ਜੀ ਦਾ ਅੰਗ ਹੈ। ਆਪ ਜੀ ਦਾ ਜੋ ਅੰਗ ਸਰੂਪ ਹੈ ਛਿਜਣ ਤੋਂ ਰਹਿਤ ਹੈ। ਹੇ ਅੰਗ, ਹੇ ਪਿਆਰੇ, ਹੇ ਛਿਜਣ ਤੋਂ ਰਹਿਤ, ਤੈਨੂੰ ਨਮਸਕਾਰ ਹੈ। ਜਿਸ ਦਾ ਹਿਰਦਾ ਤੇਰੇ ਨਾਲ ਮਿਲਦਾ ਹੈ, ਜੋ ਤੇਰੇ ਨਾਲ ਮਿਲ ਜਾਂਦਾ ਹੈ, ਤੇਰਾ ਨਾਮ ਜਪਦਾ ਹੈ, ਉਹ ਵੀ ਛਿਜਣ ਤੋਂ ਰਹਿਤ ਹੋ ਜਾਂਦਾ ਹੈ। ਆਸਨ ਅਭੰਗ। ਆਪ ਜੀ ਦਾ ਆਸਨ ਅਸਥਿਤ ਹੈ, ਕੋਈ ਭੰਗ ਨਹੀਂ ਕਰ ਸਕਦਾ, ਕੋਈ ਨਾਸ ਨਹੀਂ ਕਰ ਸਕਦਾ। ਸਗੋਂ ਆਪ ਜੀ ਸਾਰਿਆਂ ਦੇ ਆਸਣਾਂ ਨੂੰ ਨਾਸ਼ ਕਰਨ ਵਾਲੇ ਹੋ, ਭੰਗ ਕਰਨ ਵਾਲੇ ਹੋ, ਪਦਵੀਆਂ ਨੂੰ ਭੰਗ ਕਰਨ ਵਾਲੇ ਹੋ। ਜਿਵੇਂ ਇੰਦਰ ਨੂੰ ਤਾਂ ਜੋ ਦੈਤ ਨੇ ਉਹ ਹਰਾ ਕੇ ਉਹਦੀ ਪਦਵੀ ਖੋਹ ਲੈਂਦੇ ਨੇ, ਉਹਦਾ ਆਸਣ ਖੋਹ ਲੈਂਦੇ ਨੇ, ਪਰ ਆਪ ਜੀ ਦਾ ਆਸਣ ਕੋਈ ਭੰਗ ਨਹੀਂ ਕਰ ਸਕਦਾ, ਕੋਈ ਨਾਸ਼ ਨਹੀਂ ਕਰ ਸਕਦਾ। ਆਸਣ ਅਭੰਗ। ਅਭੰਗ ਕਹਿੰਦੇ ਨੇ ਵਿਘਨ ਤੋਂ ਰਹਿਤ ਆਪ ਜੀ ਦੇ ਸਰੂਪ ਦੀ ਸਥਿਤੀ ਹੈ। ਜੋ ਆਪ ਜੀ ਦਾ ਸਰੂਪ ਹੈ ਨਾ, ਜੋ ਆਸਣ ਹੈ, ਉਹਦੇ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ, ਕੋਈ ਰੁਕਾਵਟ ਨਹੀਂ ਕਰ ਸਕਦਾ। ਆਪ ਜੀ ਵਿਘਨ ਤੋਂ ਭੱਜਣ ਤੋਂ ਆਪ ਜੀ ਰਹਿਤ ਹੋ। ਆਪ ਜੀ ਨੂੰ ਕੋਈ ਕੱਟ ਨਹੀਂ ਸਕਦਾ, ਭੰਨ ਨਹੀਂ ਸਕਦਾ। ਉਪਮਾ ਅਪਾਰ। ਆਪ ਜੀ ਦੀ ਉਪਮਾ ਪਾਰਾਵਾਰ ਤੋਂ ਰਹਿਤ ਹੈ। ਆਪ ਜੀ ਦੀ ਕੋਈ ਉਪਮਾ ਨਹੀਂ ਕਰ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਗਤ ਮਿਤ ਉਦਾਰ। ਗਤ ਜੋ ਕਹਿੰਦੇ ਨੇ ਪ੍ਰਾਪਤੀ ਨੂੰ, ਮਿੱਤ ਕਹਿੰਦੇ ਨੇ ਮਰਿਆਦਾ ਨੂੰ। ਗਤ ਮਿਤ ਉਦਾਰ। ਆਪ ਦੀ ਜੋ ਪ੍ਰਾਪਤੀ ਦੀ ਮਰਿਆਦਾ ਹੈ ਉਦਾਰ ਹੈ, ਬੜੀ ਵੱਡੀ ਹੈ, ਸ੍ਰੇਸ਼ਟ ਹੈ। ਆਪ ਜੀ ਸੰਤਾਂ ਨੂੰ ਮੋਖ ਦੇਣ ਵਾਲੇ ਹੋ, ਮੁਕਤੀ ਦੇ ਦੇਣ ਵਾਲੇ ਹੋ, ਉਦਾਰ ਦਾਤੇ ਹੋ। ਸਾਰਿਆਂ ਦੀ ਮਰਿਆਦਾ ਆਪ ਜੀ ਜਾਣਨ ਵਾਲੇ ਹੋ। ਗਤ ਮਿਤ ਉਦਾਰ, ਬਲਕਿ ਆਪ ਜੀ ਸਾਰੀ ਮਰਿਆਦਾ ਨੂੰ ਉਹ ਵਿਸ਼ੇਸ਼ ਕਰਕੇ ਦਾਰ ਦਲਣ ਵਾਲੇ ਵੀ ਹੋ। ਗਤ ਮਿਤ ਉਦਾਰ। ਜਿਹੜੀ ਆਪ ਜੀ ਦੀ ਪ੍ਰਾਪਤੀ ਦੀ ਮਰਿਆਦਾ ਹੈ ਵੱਡੀ ਤਾਂ ਹੈ, ਪਰ ਜਿਹੜੀ ਇੱਥੇ ਮਿਤ ਉਦਾਰ, ਜੋ ਹੋਰ ਆਪਣੀਆਂ ਮਰਿਆਦਾਵਾਂ ਬਣਾ ਲੈਂਦੇ ਨੇ, ਜੋ ਹੋਰ ਉਲਟੀਆਂ ਮਰਿਆਦਾਵਾਂ ਬਣਾ ਲੈਂਦੇ ਨੇ, ਉਹਨੂੰ ਵੀ ਉਦਾਰ, ਉਹ ਵਿਸ਼ੇਸ਼ ਕਰਕੇ ਦਾਰ ਆਪ ਜੀ ਦਲਣ ਵਾਲੇ ਹੋ। ਜਲ ਥਲ ਅਮੰਡ। ਜਲਾ ਥਲਾਂ ਤਾਈ ਅਮੰਡ, ਵਿਸ਼ੇਸ਼ ਕਰਕੇ ਮੰਡਣ ਵਾਲਾ ਹੈ। ਦਿਸ ਦਿਸ ਅਭੰਡ। ਜਲ ਥਲਾਂ ਵਿੱਚ ਨੂੰ ਆਪ ਬਣਾਉਣ ਵਾਲੇ ਹੋ। ਦਿਸ ਵਿਸ ਅਭੰਡ, ਜਿਹੜੀ ਦਿਸ਼ਾ ਨੇ ਉੱਤਰ ਦੱਖਣ ਪੂਰਬ ਪੱਛਮ, ਅਤੇ ਇਹਨਾਂ ਦੀਆਂ ਉਪ ਦਿਸ਼ਾਵਾਂ ਹੁੰਦੀਆਂ ਨੇ। ਜਿਵੇਂ ਅਗਨ, ਨਿਸ਼ਾਨ ਇਤਿਆਦਿਕ, ਇਹ 4 ਉਪ ਦਿਸ਼ਾਵਾਂ ਹੁੰਦੀਆਂ ਨੇ। ਜਿਵੇਂ ਇੱਕ ਦੀਵਾਰ ਹੈ ਨਾ, ਉਹ ਦੀਵਾਰ ਦੇ 4 ਕੋਨੇ ਹੁੰਦੇ ਨੇ। ਜਿਵੇਂ ਇੱਕ ਦਿਸ਼ਾ ਹੈ, ਉਹ ਦਿਸ਼ਾ ਤੋਂ ਅੱਗੇ ਉਪ ਦਿਸ਼ਾਵਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਵਿਸ਼ਾ ਵੀ ਕਹਿ ਦਿੰਦੇ ਹਾਂ। ਜਿਸ ਵਿਸ ਅਭੰਡ,
ਇਹਨੂੰ ਕੋਈ ਭੰਡ ਨਹੀਂ ਸਕਦਾ। ਦਿਸ਼ਾ ਉਪਦਿਸ਼ਾ ਨੂੰ ਸਾਰੀਆਂ ਉਪਦਿਸ਼ਾਂ ਵਿੱਚ ਤੈਨੂੰ ਕੋਈ ਭੰਡ ਨਹੀਂ ਸਕਦਾ। ਤੇਰਾ ਕੋਈ ਖੰਡਨ ਨਹੀਂ ਕਰ ਸਕਦਾ, ਤੇਰੀ ਕੋਈ ਭੰਡੀ ਨਹੀਂ ਕਰ ਸਕਦਾ। ਤੂੰ ਅਭੰਡ ਰੂਪ ਹੈ, ਤੂੰ ਵਿਆਪਕ ਸਰੂਪ ਹੈ। ਇਹ ਸ੍ਰਿਸ਼ਟੀ ਤੂੰ ਰਚੀ ਹੈ। ਸ੍ਰਿਸ਼ਟੀ ਨੂੰ ਤੂੰ ਭੰਡ ਸਕਦਾ ਹੈ, ਪਰ ਸ੍ਰਿਸ਼ਟੀ ਤੈਨੂੰ ਭੰਡ ਨਹੀਂ ਸਕਦੀ। ਜਲ ਥਲ ਮਹੰਤ ਜਲ ਥਲ ਮਹੰਤ, ਜਲਾ ਥਲਾਂ ਵਿੱਚ ਆਪ ਜੀ ਪੂਜਨੀਕ ਹੋ। ਜਲਾ ਥਲਾਂ ਵਿੱਚ ਰਹਿਣ ਵਾਲੇ ਹੋ। ਸਾਰੇ ਤੈਨੂੰ ਪੂਜਦੇ ਨੇ ਜਿੰਨੇ ਰਹਿੰਦੇ ਨੇ। ਜਲਾ ਥਲਾਂ ਵਿੱਚ ਮਹੰਤ ਕਹਿੰਦੇ ਨੇ ਵੱਡੇ ਨੂੰ, ਮਹੰਤ ਕਹਿੰਦੇ ਨੇ ਪੂਜਨੀਕ ਨੂੰ। ਮਹੰਤ ਸਰਦਾਰ ਨੂੰ ਕਹਿੰਦੇ ਨੇ। ਆਪ ਜੀ ਸਾਰਿਆਂ ਤੋਂ ਵੱਡੇ ਹੋ। ਦਿਸ ਦਿਸ ਬੇਅੰਤ ਸਾਰੀ ਦਿਸ਼ਾ ਵਿੱਚ, ਸਾਰੀ ਉਪਦਿਸ਼ਾ ਵਿੱਚ ਤੇਰੀ ਬੇਅੰਤਤਾ ਹੈ। ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੂੰ ਬੇਅੰਤ ਹੈ, ਤੂੰ ਵਿਆਪਕ ਸਰੂਪ ਹੈ, ਤੇਰਾ ਅੰਤ ਨਹੀਂ ਹੈ। ਅਨਭਵ ਅਨਾਸ ਸੁਤੇ ਪ੍ਰਕਾਸ਼ ਹੋ ਆਪ ਜੀ। ਤੈਨੂੰ ਕੋਈ ਪੈਦਾ ਨਹੀਂ ਕਰ ਸਕਦਾ। ਤੈਨੂੰ ਸੂਰਜ ਤੋਂ ਪ੍ਰਕਾਸ਼ ਨਹੀਂ ਲੈਣਾ ਪੈਂਦਾ। ਅਨਭਵ ਅਨਾਸ, ਤੂੰ ਸੁਤੇ ਪ੍ਰਕਾਸ਼ ਸਰੂਪ ਹੈ। ਅਨਭਵ, ਭੈ ਤੋਂ ਆਪ ਜੀ ਰਹਿਤ ਹੋ। ਨਾਸ਼ ਤੋਂ ਰਹਿਤ ਹੋ ਆਪ ਜੀ। ਆਸਾਂ ਤੋਂ ਰਹਿਤ ਹੋ। ਧਰ ਤੋ ਰਾਸ ਤ੍ਰਿਤ ਕਹਿੰਦੇ ਨੇ ਧੀਰਜ ਧਾਰਨ ਵਾਲੇ ਹੋ। ਆਪਣੇ ਆਮ ਜੀਵਾਂ ਵਾਂਗ ਤੇਰੀ ਘਬਰਾਊ ਬਿਰਤੀ ਨਹੀਂ ਹੈ। ਤ੍ਰਿਤ ਧਰ ਧੁਰਾਸ, ਆਪ ਜੀ ਧੀਰਜ ਧਾਰਨ ਵਾਲੇ ਹੋ। ਧੁਰਾਸ, ਧੁਰਾ ਕਹਿੰਦੇ ਨੇ ਆਸੇ ਨੂੰ। ਧੁਰਾ ਆਸਰਾ ਤੇ ਧੁਰਾਸ, ਆਪ ਜੀ ਸਾਰਿਆਂ ਨੂੰ ਆਸਰਾ ਦੇਣ ਵਾਲੇ ਹੋ। ਧੁਰ ਤੋਂ ਆਪ ਜੀ ਆਸਰਾ ਰੂਪ ਹੋ। ਆਪ ਜੀ ਧਰਤੀ ਨੂੰ ਵੀ ਆਸਰਾ ਦੇਣ ਵਾਲੇ ਹੋ। ਜਿਵੇਂ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ। ਜਦੋਂ ਧਰਤੀ ਨੇ ਅਰਦਾਸਾਂ ਕੀਤੀਆਂ ਗੁਰੂ ਨਾਨਕ ਮਹਾਰਾਜ ਅੱਗੇ, ਅਕਾਲ ਪੁਰਖ ਅੱਗੇ, ਕਿ ਨਿੱਗਰ ਚਲੋ ਰਸਾਤਲ ਟੋਆ, ਕਿ ਇੰਨਾ ਪਾਪ ਵੱਧ ਚੁੱਕਿਆ ਹੈ ਕਿ ਮੈਂ ਨਿੱਗਰ ਚੱਲੀ ਹਾਂ। ਤਾਂ ਫਿਰ ਧਰਤੀ ਨੇ ਅਰਦਾਸ ਕੀਤੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ। ਫਿਰ ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਜੋ ਧਰਤੀ ਨੂੰ ਵੀ ਧੀਰਜ ਦੇਣ ਵਾਲਾ ਹੈ, ਜੋ ਸਾਰਿਆਂ ਨੂੰ ਧੀਰਜ ਦੇਣ ਵਾਲਾ ਹੈ, ਜੋ ਸਾਰਿਆਂ ਦਾ ਧੁਰਾਸ, ਜੋ ਸਾਰਿਆਂ ਦਾ ਆਸਰਾ ਰੂਪ ਹੈ, ਪ੍ਰਮਾਤਮਾ ਤੁਸੀਂ ਹੋ। ਜੋ ਸੰਤਾਂ ਨੂੰ ਧੀਰਜ ਦੇਣ ਵਾਲੇ ਹੋ। ਆਪ ਤਾਂ ਧੀਰਜ ਰੂਪ ਹੋ, ਧੀਰਜ ਕਰਨ ਵਾਲੇ ਹੋ, ਧੀਰਜ ਧਾਰਨ ਵਾਲੇ ਹੋ। ਜਿਹੜੇ ਤੇਰਾ ਨਾਮ ਜਪਦੇ ਨੇ ਉਹ ਵੀ ਤੇਰਾ ਹੀ ਰੂਪ ਹੋ ਜਾਂਦੇ ਨੇ। ਉਹ ਵੀ ਧੀਰਜ ਧਾਰਨ ਕਰਨ ਵਾਲੇ ਉਹ ਵੀ ਬਣ ਜਾਂਦੇ ਨੇ। ਸੰਤ ਤੇਰੇ ਧੀਰਜ ਨੂੰ ਧਾਰਦੇ ਨੇ। ਤੇਰਾ ਹੀ ਆਸਰਾ ਸਾਰੇ ਤੱਕਦੇ ਹਨ। ਆਜਾਨ ਬਾਹੋ ਵੱਡੀਆਂ ਭੁਜਾਂ ਵਾਲਾ ਹੈ। ਆਜਾਨ, ਜਾਣ ਤੋਂ ਰਹਿਤ ਹੈ। ਆਪ ਜੀ ਨੂੰ ਕੋਈ ਜਾਣ ਨਹੀਂ ਸਕਦਾ। ਅਜਾਨ, ਆਪ ਜੀ ਜਾਣ ਤੋਂ ਰਹਿਤ ਹੈ, ਮੌਤ ਦੇ ਵਸ। ਆਪ ਜੀ ਕਾਲ ਨੂੰ ਨਹੀਂ ਜਾਂਦੇ। ਆਪ ਜੀ ਮਰ ਕੇ ਨਹੀਂ ਕਿਤੇ ਜਾਂਦੇ। ਆਪ ਜੀ ਜਾਣ ਤੋਂ ਰਹਿਤ ਹੋ। ਆਜਾਨ ਬਾਹੋ, ਆਪ ਜੀ ਦੀ ਜੋ ਭੁਜਾਵਾਂ ਨੇ, ਬਾਹਾਂ ਨੇ, ਉਹ ਜਾਨ ਨੇ, ਉਹ ਵੱਡੀਆਂ ਨੇ। ਆਪ ਜੀ ਸਾਰਿਆਂ ਦੇ ਪ੍ਰੇਰਕ ਹੋ। ਆਜਾਨ ਬਾਹੋ, ਬਾਹੋ ਕਹਿੰਦੇ ਨੇ ਪ੍ਰੇਰਕ ਨੂੰ। ਆਜਾਨ, ਜਨੂੰ ਕਹਿੰਦੇ ਨੇ ਗੋਡਿਆਂ ਤੱਕ ਆਪ ਜੀ ਦੀ ਬਾਹਾਂ ਨੇ। ਜਿਵੇਂ ਸੂਰਜ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਨਾ, ਜਾਨੂ। ਉਹ ਜਾਨੂ ਸ਼ਬਦ ਉਹ ਗੋਡਿਆਂ ਦਾ ਵਰਤਿਆ ਹੈ। ਜਦੋਂ ਭਾਈ ਗੋਪਾਲਾ ਜੀ ਨੇ ਜਦੋਂ ਪਾਠ ਜਪਜੀ ਸਾਹਿਬ ਦਾ ਸੁਣਾਇਆ, ਅਤੇ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਮਹਾਰਾਜ ਨੇ ਫਿਰ ਆਪਣਾ ਗੋਡਾ, ਇੱਕ ਗੋਡਾ ਉਤਾਂਹ ਨੂੰ ਚੁੱਕਿਆ। ਉੱਥੇ ਗੋਡੇ ਲਈ ਕਵੀ ਸੰਤੋਖ ਸਿੰਘ ਨੇ ਜਾਨੂ ਸ਼ਬਦ ਵਰਤਿਆ ਹੈ। ਐਸੇ ਤਰ੍ਹਾਂ ਜਾਨੂ, ਜਿਹਦੀ ਗੋਡਿਆਂ ਤੱਕ ਬਾਹਾਂ ਨੇ, ਆਪ ਜੀ ਉਜਾਨ ਭੁਜਾ ਵਾਲੇ ਹੋ। ਆਪ ਜੀ ਜਾਣਨ ਤੋਂ ਰਹਿਤ ਹੋ, ਬਲਕਿ ਆਪ ਸਾਰਿਆਂ ਨੂੰ ਜਾਣਨ ਵਾਲੇ ਹੋ। ਆਪ ਜੀ ਬਾਹੋ ਕਹਿੰਦੇ ਨੇ ਸਵਾਰੀਆਂ ਨੂੰ। ਆਪ ਜੀ ਦੀ ਕੋਈ ਸਵਾਰੀ ਨਹੀਂ ਹੈ। ਕਿਸੇ ਦੀ ਗਰੜ ਸਵਾਰੀ ਹੈ, ਕਿਸੇ ਦੀ ਮੋਰ ਸਵਾਰੀ ਹੈ। ਆਪ ਜੀ ਦੀ ਕੋਈ ਸਵਾਰੀ ਨਹੀਂ ਹੈ। ਆਪ ਜੀ ਨੂੰ ਕਿਸੇ ਦੀ ਸਵਾਰੀ ਨਹੀਂ ਕਰਨੀ ਪੈਂਦੀ। ਆਪ ਜੀ ਸਵਾਰੀਆਂ ਤੋਂ ਵੀ ਰਹਿਤ ਹੋ। ਬਾਹੋ, ਸਵਾਰੀਆਂ ਤੋਂ ਰਹਿਤ ਹੋ, ਅਤੇ ਬਾਹੋ
ਸਾਰਿਆਂ ਦੇ ਆਪ ਜੀ ਪ੍ਰੇਰਕ ਰੂਪ ਹੋ। ਆਪ ਜੀ ਨੂੰ ਜਾਣਿਆ ਨਹੀਂ ਜਾਂਦਾ, ਪ੍ਰਾਪਤ ਰੂਪ ਹੋ ਆਪ ਜੀ। ਏਕੈ ਸੁਦਾਹੁ ਸਦਾ ਹੀ ਇੱਕੋ ਹੈ। ਪਰਮਾਤਮਾ ਜੋ ਹੈ ਉਹ ਸਦਾ ਹੀ ਇੱਕ ਹੈ, ਕਦੇ ਦੋ ਪਰਮਾਤਮਾ ਨਹੀਂ ਹੋ ਸਕਦੇ। ਜਦੋਂ ਕਿਸੇ ਨੇ ਪੁੱਛਿਆ ਗੁਰੂ ਨਾਨਕ ਮਹਾਰਾਜ ਨੂੰ ਕਿ ਪਰਮਾਤਮਾ ਤੋਂ ਕਿਹੜੀ ਚੀਜ਼ ਨਹੀਂ ਬਣੀ, ਤੇ ਅੱਗੋਂ ਜਵਾਬ ਦਿੱਤਾ ਕਿ ਰੱਬ ਤੋਂ ਆਪਣੇ ਵਰਗਾ ਰੱਬ ਹੀ ਨਹੀਂ ਬਣਿਆ। ਭਾਵ ਕਿ ਉਹ ਇੱਕੋ ਹੈ, ਸदैवं। ਇਹ ਨਿਸ਼ਚੈ ਹੈ, ਨਿਸ਼ਚਾ ਹੈ ਸਦਾ ਵਾਸਤੇ। ਓੰਕਾਰ ਆਦ ਪ੍ਰਥਮੇ ਓੰਕਾਰ ਤਿਨ ਕਹਾ। ਓੰਕਾਰ ਕਰਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉਹ ਪਰਮਾਤਮਾ ਓੰਕਾਰ ਦਾ ਵੀ ਆਦਿ ਰੂਪ ਹੈ। ਕਥਨੀ ਅਨਾਦ ਓੰਕਾਰ ਰੂਪ ਕਥਨੀ ਆਪ ਦੀ ਅਨਾਦਿ ਕਾਲ ਦੀ ਹੈ। ਆਪ ਜੀ ਅਨਾਦ, ਆਦ ਤੋਂ ਆਪ ਜੀ ਰਹਿਤ ਹੋ। ਆਪ ਜੀ ਦਾ ਕੋਈ ਆਦ ਨਹੀਂ ਹੈ। ਵੇਦ ਰੂਪ ਕਥਾ ਆਪ ਦੀ ਅਨਾਦਿ ਕਾਲ ਦੀ ਹੈ, ਜਿਸ ਦੀ ਕਥਾ ਦਾ ਸਭ ਜੀਵਾਂ ਨੂੰ ਆਦ ਨਹੀਂ ਜਾਣਿਆ ਜਾਂਦਾ, ਆਦ ਨਹੀਂ ਆਇਆ। ਕਥਨੀ ਅਨਾਦ ਕਥਨ ਤੋਂ ਰਹਿਤ ਹੈ। ਖਲਖੰਡ ਖਿਆਲ ਖਲਖੰਡ ਖਿਆਲ, ਖਲ ਕਹਿੰਦੇ ਨੇ ਮੂਰਖਾਂ ਨੂੰ। ਮੂਰਖਾਂ ਨੂੰ ਆਪ ਦਾ ਖੰਡ ਕੱਟਣ ਦਾ ਖਿਆਲ ਹੈ ਕਿ ਮੈਂ ਪਰਮਾਤਮਾ ਨੂੰ ਕੱਟ ਦੇਵਾਂ। ਪਰ ਆਪ ਜੀ ਖਲਖੰਡ ਖਿਆਲ, ਜੋ ਮੂਰਖਤਾਈ ਦੇ ਖਿਆਲ ਜੀਵਾਂ ਅੰਦਰ ਹਨ, ਉਹਨਾਂ ਨੂੰ ਵੀ ਆਪ ਜੀ ਕੱਟਣ ਵਾਲੇ ਹੋ। ਜੋ ਥੋੜ੍ਹੇ ਖਿਆਲ ਨਾਲ ਹੀ ਮੂਰਖਤਾਈ ਖੰਡ ਦਿੰਦੇ ਹੋ, ਆਪ ਜੀ ਐਸੇ ਸਰੂਪ ਹੋ, ਮੂਰਖਾਂ ਨੂੰ ਖੰਡਣ ਦਾ ਖਿਆਲ ਰੱਖਦੇ ਹੋ। ਗੁਰਬਰ ਅਕਾਲ ਸੋ ਸਮਾਂ ਵੀ ਉੱਤੇ ਦਾ ਹੋ ਚੁੱਕਾ ਹੈ। ਸੋ ਯਤਨ ਤਾਂ ਇਹ ਸੀ ਕਿ ਅੱਜ ਇਹ ਛੰਦ ਪੂਰਾ ਹੋ ਜਾਵੇ, ਪਰ ਸਮਾਂ ਵੀ 7:45 ਹੋਣ ਵਾਲੇ ਨੇ। ਸੋ ਬਾਕੀ ਜਿਵੇਂ ਸੱਚੇ ਪਾਤਸ਼ਾਹ ਦੀ ਹੁਕਮ ਹੋਇਆ, ਕਿਰਪਾ ਹੋਈ, ਮਿਹਰ ਹੋਈ, ਅਤੇ ਕੱਲ੍ਹ ਤੱਕ ਜੋ ਜਾਪ ਸਾਹਿਬ ਦੀ ਕਥਾ ਹੈ ਉਹ ਸੰਪੂਰਨ ਕਰਨ ਦੀ ਸਤਿਗੁਰਾਂ ਦੀ ਕਿਰਪਾ ਨਾਲ ਯਤਨ ਕਰਾਂਗੇ। ਨਹੀਂ ਤਾਂ ਪਰਸੋਂ ਤੱਕ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਸੰਪੂਰਨ ਕਰਵਾ ਹੀ ਲੈਣੀ ਹੈ, ਕਿਉਂਕਿ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਕਰਵਾ ਸਕਦੇ ਨੇ। ਕੋਈ ਜੀਵ ਦੇ ਵੱਸ ਦੀ ਗੱਲ ਨਹੀਂ, ਕੋਈ ਬੰਦੇ ਦੇ ਵੱਸ ਦੀ ਗੱਲ ਨਹੀਂ ਕਿ ਬੰਦਾ ਆਪ ਕੋਈ ਗੁਰਬਾਣੀ ਦੇ ਅਰਥ ਕਰੇ ਜਾਂ ਅਰਥਾਂ ਨੂੰ ਸਮਝ ਸਕੇ। ਇਹ ਤਾਂ ਪਰਮਾਤਮਾ ਆਪ ਹੀ, ਜਿਵੇਂ ਆਪਾਂ ਨੇ ਹੁਣ ਸਰਵਣ ਕੀਤਾ ਸੀ, ਆ ਜਾਨ ਬਾਹੋ, ਆਪੇ ਹੀ ਬਾਹੋ ਪ੍ਰੇਰਕ ਹੈ ਪਰਮਾਤਮਾ, ਜੋ ਜਾਣਨ ਵਾਲਾ ਹੈ, ਸਾਰਿਆਂ ਨੂੰ ਪ੍ਰੇਰਨਾ ਕਰਨ ਵਾਲਾ ਹੈ। ਸੋ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਅਗਾਧ ਬੋਧ ਬਾਣੀ ਦੀ ਕਥਾ ਆਪ ਹੀ ਕਰਵਾ ਲੈਣ। ਆਪ ਹੀ ਹਿਰਦੇ ਵਿੱਚ ਬਾਣੀ ਵਸਾ ਕੇ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣ। ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸੱਜਣ ਸੀਸੜੀਆਂ, ਜੇ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।